ਸਤਿ ਸ਼੍ਰੀ ਅਕਾਲ एवरीवन, ਸਤਿ ਸ਼੍ਰੀ ਅਕਾਲ, ਨਮਸਕਾਰ ਸਾਰਿਆਂ ਨੂੰ। ਆਈ ਹੋਪ ਤੁਹਾਨੂੰ ਮੇਰੀ ਵੌਇਸ ਕਲੀਅਰ ਆ ਰਹੀ ਹੋਏਗੀ। ਪਰ ਚੈਟ ਬਾਕਸ ਤੇ ਮੈਨੂੰ ਦੱਸ ਦਿਓ, ਤੁਹਾਨੂੰ ਸਭ ਨੂੰ ਮੇਰੀ ਵੌਇਸ ਕਲੀਅਰ ਆ ਰਹੀ ਹੈ। ਚੈਟ ਬਾਕਸ ਓਪਨ ਹੈਗਾ, ਇੱਕ ਵਾਰ ਚੈਟ ਬਾਕਸ ਤੇ ਮੈਨੂੰ ਕੰਫਰਮ ਕਰੋ ਸਾਰੇ। ਤੇ ਕੌਣ-ਕੌਣ ਆ ਚੁੱਕੇ ਨੇ? ਜਸਵੀਰ ਕੌਰ ਜੀ ਸਤਿ ਸ਼੍ਰੀ ਅਕਾਲ ਜੀ, ਕਮਲਦੀਪ ਜੀ, ਕਰਨਵੀਰ ਜੀ, ਕੇਐਸ ਪੁੱਡੀ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਥੈਂਕ ਯੂ। ਤੇ ਅਸੀਂ ਸੈਸ਼ਨ ਜਿਹੜਾ ਹੈ 5 ਮਿੰਟ ਦੇ ਵਿੱਚ ਸਟਾਰਟ ਕਰ ਰਹੇ ਹਾਂ। ਕੁਝ ਔਰ ਅਟੈਂਡੀਜ਼ ਜੁਆਇਨ ਕਰ ਜਾਣ, ਸਾਡੇ ਜਿਹੜੇ ਔਰ ਵੀ ਫਾਲੋਅਰਸ ਹਨ 5 ਮਿੰਟ ਦਾ ਟਾਈਮ ਦਿਓ, ਉਹ ਵੀ ਜੁਆਇਨ ਕਰ ਜਾਣ। ਤੇ 5 ਮਿੰਟ ਦੇ ਅੰਦਰ 5-10 ਮਿੰਟ ਦੇ ਅੰਦਰ ਅਸੀਂ ਸੈਸ਼ਨ ਜਿਹੜਾ ਅੱਜ ਦੀ ਜਿਹੜੀ ਮਾਸਟਰ ਕਲਾਸ ਹੈਗੀ ਹੈ ਉਹ ਅਸੀਂ ਸਟਾਰਟ ਕਰ ਰਹੇ ਹਾਂ। 5-10 ਮਿੰਟ ਦਾ ਔਰ ਵੇਟ ਕਰੋ ਜੀ, ਫਿਰ ਅਸੀਂ ਸੈਸ਼ਨ ਸਟਾਰਟ ਕਰਦੇ ਹਾਂ। ਜਿਨ੍ਹਾਂ ਦੇ ਵੀ ਡਾਊਟਸ ਨੇ, ਕਮਲਦੀਪ ਜੀ ਜਿਹੜਾ ਵੀ ਤੁਸੀਂ ਡਾਊਟ ਪੁੱਛਿਆ ਨਾ, ਇਹ ਮੈਂ Q&A ਸੈਸ਼ਨ ਵਿੱਚ ਤੁਹਾਡਾ ਪੂਰਾ ਡਾਊਟ ਸੋਲਵ ਕਰਾਂਗਾ। ਤੁਹਾਡਾ ਡਾਊਟ ਮੈਂ ਪੂਰਾ ਸੋਲਵ ਕਰਾਂਗਾ। ਸਭ ਦੇ ਡਾਊਟ ਜਿਹੜੇ ਨੇ ਅੱਜ ਦੇ Q&A ਸੈਸ਼ਨ ਵਿੱਚ ਸਟਾਰਟ ਕਰਾਂਗੇ। ਜਸਟ ਇੱਕ ਵਾਰ ਮੇਰਾ ਸੈਸ਼ਨ ਜਿਹੜਾ ਹੈਗਾ ਉਹ 30 ਤੋਂ 40 ਮਿੰਟਸ ਦਾ ਹੈਗਾ। ਆਪਾਂ ਉਹ ਇੱਕ ਵਾਰ ਪੂਰਾ ਕਰ ਲੈਂਦੇ ਆ। ਉਸ ਤੋਂ ਬਾਅਦ ਤੁਹਾਡੇ ਸਾਰੇ ਡਾਊਟ ਸੈਸ਼ਨ ਆਪਾਂ ਹਾਫ ਐਨ ਆਵਰ ਦਾ ਪੂਰਾ ਡਾਊਟ ਸੈਸ਼ਨ ਕਰਾਂਗੇ, ਜਿਹਦੇ ਵਿੱਚ ਸਾਰੀ ਤੁਹਾਡੀ ਕੁਐਰੀਜ਼ ਨੂੰ ਅਸੀਂ ਸੋਲਵ ਕਰਾਂਗੇ।
हेलो चलो जी। तो एक बार सबनों प्यार भरी सत श्री अकाल सारिਆਂ ਨੂੰ एक बार सत श्री अकाल। ਹੁਣ मैं एक लास्ट मैसेज कर रहा ग्रुप ਵਿੱਚ ਤੇ एक मैसेज ਕਰਦੇ ਹੀ ਆਪਾਂ ਅੱਜ ਦਾ ਸੈਸ਼ਨ ਸਟਾर्ट ਕਰਦੇ ਹਾਂ। चलो जी ਸਾਰਿਆਂ ਨੂੰ ਇੱਕ ਵਾਰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਤੁਹਾਡਾ ਬਹੁਤ ਬਹੁਤ ਸਵਾਗਤ ਹੈਗਾ ਅੱਜ ਦੀ ਮਾਸਟਰ ਕਲਾਸ ਵਿੱਚ ਤੇ ਅੱਜ ਦੀ ਸਟਾਕ ਮਾਰਕੀਟ ਮਾਸਟਰ ਕਲਾਸ ਵਿੱਚ ਆਪਾਂ ਗੱਲ ਕਰਾਂਗੇ ਸਟਾਕ ਮਾਰਕੀਟ ਦੇ ਬਾਰੇ। ਮੈਨੂੰ ਪਤਾ ਹੈਗਾ ਕਿ ਕਾਫੀ ਸਾਰੇ ਜਿਹੜੇ ਸਾਡੇ ਫਾਲੋਅਰਸ ਹੈਗੇ ਨੇ ਜਿਨ੍ਹਾਂ ਨੇ ग्रुप ज्वाइन किया है साडा WhatsApp ग्रुप जिन्होंने मैनू फॉलो किया साडा चैनल फॉलो किया फाइनेंशियल अड्डा पंजाबी ते ज्यादातर ऑडियंस साडी फाइनेंशियल अड्डा पंजाबी तो आई हुई है ते मैनू सब पता हैगा कि तुहानू शेयर मार्केट दी नॉलेज काफी घट हैगी है ठीक है ते पर असी पूरी कोशिश करांगे तुहानू पंजाबी विच शेयर मार्केट दे बारे सिखाण दी। देखो शेयर मार्केट नू ना काफी लोगों ने की किया होया है सट्टा बाजार हैगा तुहानू सब नू पता है इस नू सारे की कहंदे ने सट्टा बाजार ਤੇ ਜ਼ਿਆਦਾਤਰ ਲੋਕੀ ਜਿਹੜੇ ਪੰਜਾਬ ਦੇ ਜਿੰਨੇ ਵੀ ਲੋਕੀ ਨੇ ਇਵਨ ਇੱਕ ਟਾਈਮ 'ਚ ਮੇਰੀ ਮਦਰ ਵੀ ਕਹਿੰਦੇ ਸੀ ਇਹ ਸ਼ੇਅਰ ਬਾਜ਼ਾਰ ਤੇ ਸੱਟਾ ਬਾਜ਼ਾਰ ਹੈ ਤੇ ਪੈਸਾ ਡੁੱਬਦਾ ਹੈ ਬਟ ਜਦ ਉਹਨਾਂ ਨੂੰ ਪੈਸਾ ਮਿਲਿਆ ਜਦ ਉਹਨਾਂ ਨੇ ਪੈਸਾ ਕਮਾਇਆ ਉਹਨਾਂ ਦਾ ਵੀ ਡੀਮੈਟ ਅਕਾਊਂਟ ਮੈਂ ਖੋਲ ਕੇ ਦਿੱਤਾ ਹੋਇਆ ਹੈ ਤੇ ਉਹ ਵੀ ਸ਼ੇਅਰਸ ਚੈੱਕ ਕਰਦੇ ਰਹਿੰਦੇ ਨੇ ਤੇ ਪੈਸਾ ਜਦ ਅਸੀਂ ਕਮਾਇਆ ਤਦ ਉਹਨਾਂ ਨੂੰ ਲੱਗਿਆ ਨਹੀਂ ਇਹ ਸ਼ੇਅਰ ਮਾਰਕੀਟ ਵਿੱਚ ਉਹ ਬੰਦਾ ਪੈਸਾ ਕਮਾ ਸਕਦਾ ਹੈ ਜਿਹੜਾ ਇਹ ਨੌਲੇਜ ਦੇ ਨਾਲ ਕੰਮ ਕਰੇ। ਠੀਕ ਹੈ ਮੇਰਾ ਕਹਿਣ ਦਾ ਕੀ ਮਤਲਬ ਹੈ ਜਿਹੜਾ ਸਟੱਡੀ ਕਰਕੇ ਕੰਮ ਕਰਦਾ ਹੈ ਜਿਹੜਾ ਨੌਲੇਜ ਦੇ ਨਾਲ ਕੰਮ ਕਰਦਾ ਹੈ ਉਹ ਬੰਦਾ ਸਟਾਕ ਮਾਰਕੀਟ ਤੋਂ ਪੈਸਾ ਕਮਾ ਸਕਦਾ ਹੈ। ਅੱਜ ਦੀ ਜਿਹੜੀ ਮਾਸਟਰ ਕਲਾਸ ਮੇਨ ਰੱਖੀ ਗਈ ਹੈ ਉਹ ਇਸ ਕਰਕੇ ਰੱਖੀ ਗਈ ਹੈ ਕਿ ਜਿੰਨੀ ਵੀ ਸਾਡੀ ਪੰਜਾਬ ਦੀ ਆਡੀਅנס ਹੈਗੀ ਹੈ ਜਾਂ ਪੰਜਾਬ ਦੇ ਬਾਹਰ ਦੀ ਔਰ ਹਰਿਆਣਾ ਦੀ ਆਡੀਅנס ਹੈਗੀ ਹੈ ਜਾਂ ਤੁਸੀਂ ਸਾਰੇ ਪੰਜਾਬੀ ਜਿੱਥੇ ਵੀ ਹੈਗੇ ਹੋ ਦਿੱਲੀ ਵਿੱਚੋਂ ਜਾਂ ਕੈਨੇਡਾ ਅਮਰੀਕਾ ਜਿੱਥੇ ਵੀ ਹੋ ਸਾਨੂੰ ਫਾਈਨੈਂਸ਼ੀਅਲ ਮਾਰਕੀਟ ਸ਼ੇਅਰ ਮਾਰਕੀਟ ਦੇ ਬਾਰੇ ਅੱਛੀ ਨੌਲੇਜ ਹੋਣੀ ਚਾਹੀਦੀ ਹੈ। ਇਹ ਨੌਲੇਜ ਸਾਨੂੰ ਕਮ ਆਏਗੀ ਅੱਗੇ ਸਾਡੇ ਸਾਡਾ ਪੈਸਾ ਜਿਹੜਾ ਹੈਗਾ ਸਾਡੇ ਜਿਹੜੇ ਫੰਡਸ ਹੈਗੇ ਨੇ ਉਹ ਅਲੱਗ-ਅਲੱਗ ਜਗ੍ਹਾ ਇਨਵੈਸਟ ਹੁੰਦੇ ਨੇ ਤੇ ਕੱਲ ਨੂੰ ਕੋਈ ਸਾਨੂੰ ਅਗਰ ਸਟਾਕ ਮਾਰਕੀਟ ਬਾਰੇ ਨਹੀਂ ਜਾਣਕਾਰੀ ਹੋਏਗੀ ਤੇ ਕੱਲ ਨੂੰ ਅਗਰ ਕਿਸੇ ਦੇ ਕਹਿਣ ਤੇ ਆਪਾਂ ਪੈਸਾ ਲਗਾ ਦਾਂਗੇ ਤੇ ਸਾਨੂੰ ਨੁਕਸਾਨ ਹੋ ਸਕਦਾ ਹੈ ਬਟ ਅਗਰ ਸਾਨੂੰ ਨੌਲੇਜ ਹੋਵੇਗੀ ਤੇ ਅਸੀਂ ਉਹ ਨੁਕਸਾਨ ਹੋਣ ਤੋਂ ਬਚ ਸਕਦੇ ਹਾਂ ਤੇ ਨੌਲੇਜ ਲੈਣਾ ਬਹੁਤ ਜ਼ਰੂਰੀ ਹੈਗੀ ਹੈ ਤੇ ਅੱਜ ਦੀ ਮਾਸਟਰ ਕਲਾਸ ਆਪਾਂ ਸਾਰੇ ਹੁਣ ਸਟਾਰਟ ਕਰਦੇ ਹਾਂ ਤੇ ਤੁਹਾਨੂੰ ਮੈਂ ਅੱਜ ਦੀ ਮਾਸਟਰ ਕਲਾਸ ਇੱਕ ਵਾਰ 30 ਤੋਂ 40 ਸੈਕਿੰਡ ਵਿੱਚ ਮੈਂ खत्म कर दांगा उस तो बाद पूरा डाउट सेशन रखांगे तो सारे डाउट्स में सॉल्व करांगा जिन्हें अगर कोई डाउट्स होंगे सेशन तो रिलेटेड तुसी चैट बॉक्स दे विच लिखते जाना मैं तुहानू समझाता जावांगा। चलो आज दा सेशन हुण स्टार्ट करते हैं। सब तो पहला ਅਸੀਂ ਗੱਲ ਕਰਦੇ ਹਾਂ स्टॉक मार्केट ਹੁੰਦੀ ਕੀ है स्टॉक मार्केट एक्चुअल है की चीज स्टॉक मार्केट शेयर बाजार या इक्विटी मार्केट ठीक है ਇਹ सब ਹੁੰਦੀ ਕੀ है तो देखो स्टॉक मार्केट या शेयर बाजार एक ਇਹੋ ਜੀ ਜਗ੍ਹਾ ਹੈਗੀ ਹੈ ਜਿੱਥੇ ਬਾਇਰਸ ਐਂਡ ਸੈਲਰ ਮੀਟ ਟੁਗੇਦਰ ਯਾਨੀ ਬਾਇਰਸ ਅਤੇ ਸੈਲਰ ਦੋਨੋਂ ਆਂਦੇ ਨੇ ਤੇ ਉਹ ਕੰਪਨੀਆਂ ਜਿਹੜੀ ਪਬਲਿਕਲੀ ਲਿਸਟਡ ਹੁੰਦੀ ਹੈ ਉਹਨਾਂ ਦੇ ਸ਼ੇਅਰਸ ਵਿੱਚ ਟ੍ਰੇਡ ਕਰਦੇ ਨੇ यानी ਜਿਹੜੀ ਕੰਪਨੀ ਲਿਸਟਡ ਹੈਗੀ ਹੈ ਸ਼ੇਅਰ ਬਾਜ਼ਾਰ ਵਿੱਚ ਉਹਨਾਂ ਦੇ ਸ਼ੇਅਰ ਨੂੰ ਬਾਇਰ ਅਤੇ ਸੈਲਰ ਆਪਸ ਵਿੱਚ ਬਾਏ ਤੇ ਸੈਲ ਕਰਦੇ ਨੇ ਤੇ ਉਸ ਪੂਰੀ ਜਗ੍ਹਾ ਨੂੰ ਆਪਾਂ ਸਟਾਕ ਮਾਰਕੀਟ ਜਾਂ ਸ਼ੇਅਰ ਬਾਜ਼ਾਰ ਕਹਿੰਦੇ ਆ। ਹੁਣ ਪੂਰਾ ਧਿਆਨ ਨਾਲ ਸਮਝੋ ਕੰਪਨੀ ਮੈਂ ਕਿਹੜੀ ਕੰਪਨੀ ਦੀ ਗੱਲ ਕਰ ਰਿਹਾ ਪਬਲਿਕਲੀ ਲਿਸਟਡ ਕੰਪਨੀ ਕੀ ਹੁੰਦੀ ਹੈ। ਮੰਨ ਲਓ ਦੇਖੋ ਪਹਿਲੇ ਇਸ ਨੂੰ ਸਮਝਣ ਵਿੱਚ ਨਾ ਸਟਾਰਟ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਚੀਜ਼ ਕੀ ਸਮਝਾ ਰਿਹਾ ਤੁਸੀਂ ਇਹ ਸਮਝੋ ਜਦ ਵੀ ਕੋਈ ਕੰਪਨੀ ਸਟਾਰਟ ਕਰਨੀ ਹੋਵੇ ਮੰਨ ਲਓ ਮੈਨੂੰ ਬਿਜ਼ਨਸ ਸਟਾਰਟ ਕਰਨਾ ਹੈ ਜਾਂ ਤੁਹਾਨੂੰ ਲੋਕਾਂ ਨੂੰ ਬਿਜ਼ਨਸ ਸਟਾਰਟ ਕਰਨਾ ਹੈ ਹੁਣ ਤੁਸੀਂ ਬਿਜ਼ਨਸ ਕਿਵੇਂ ਸਟਾਰਟ ਕਰ ਸਕਦੇ ਹੋ ਸਭ ਤੋਂ ਪਹਿਲਾਂ ਤੁਸੀਂ ਆਪਣਾ ਪੈਸਾ ਲਗਾਓਗੇ ਆਪਣੀ ਕੈਪੀਟਲ ਲਗਾਓਗੇ जब तुसी अपनी कैपिटल लगा दी तो ਤੁਹਾਡਾ बिजनेस स्टार्ट हो गया ਤੁਹਾਡੇ पैसे लग गए ਹੁਣ ਤੁਸੀਂ बिजनेस स्टार्ट कर ਦਿੱਤਾ ਹੁਣ ਮੰਨ ਲਓ ਤੁਹਾਨੂੰ प्रॉफिट आना शुरू होया ਤੁਹਾਨੂੰ ਆਰਡਰ ਜ਼ਿਆਦਾ ਆ ਰਹੇ ਨੇ ਤੁਹਾਡਾ बिजनेस ग्रो कर रहा है तो जब बिजनेस ग्रो करता है ना और फंड्स ਦੀ ਵੀ ਜ਼ਰੂਰਤ ਪੈਂਦੀ ਹੈ ਹੁਣ ਤੁਹਾਡੇ ਕੋਲ ਫੰਡਸ ਦੀ ਰਿਕੁਆਇਰਮੈਂਟ ਸੀ ਤੁਹਾਨੂੰ ਫੰਡਸ ਚਾਹੀਦੇ ਸੀ ਪੈਸੇ ਚਾਹੀਦੇ ਸੀ ਤੁਸੀਂ ਕੀ ਕੀਤਾ ਆਪਣੇ ਰਿਸ਼ਤੇਦਾਰਾਂ ਕੋਲੋਂ ਆਪਣੇ ਫਰੈਂਡਸ ਕੋਲੋਂ ਆਪਣੇ ਦੋਸਤਾਂ ਕੋਲੋਂ ਥੋੜਾ ਬਹੁਤ ਪੈਸਾ ਰੇਜ਼ ਕਰ ਲਿੱਤਾ
ਹੁਣ ਉਹਦੇ ਨਾਲ ਕੀ ਹੋਇਆ, ਤੁਹਾਡਾ ਬਿਜ਼ਨਸ ਔਰ ਗਰੋਥ ਕਰ ਗਿਆ, ਤੁਹਾਡਾ ਬਿਜ਼ਨਸ ਔਰ ਚਾਰ ਚੰਦ ਲੱਗ ਗਏ ਜਿਹਨੂੰ ਅਸੀਂ ਕਹਿ ਜਾਂਦੇ ਆ, ਤੇ ਔਰ ਗਰੋਥ ਕਰਨ ਦੇ ਨਾਲ ਕੀ ਹੋਇਆ, ਤੁਹਾਡੇ ਬਿਜ਼ਨਸ 'ਚ ਆਰਡਰ ਇੰਨੇ ਆ ਗਏ, ਤੁਹਾਨੂੰ ਔਰ ਫੰਡ ਦੀ ਜ਼ਰੂਰਤ ਪੈਗੀ ਸੋ ਦੈਟ ਤੁਸੀਂ ਆਪਣੀ ਮੈਨੂਫੈਕਚਰਿੰਗ ਫੈਸਿਲਿਟੀ ਪਾ ਦਿਓ, ਤੁਸੀਂ ਆਪਣਾ ਜਿਹੜੀ ਫੈਕਟਰੀ ਹੈ ਉਹਦਾ ਐਕਸਪੈਂਸ਼ਨ ਕਰ ਦਿਓ। ਤੇ ਤੁਸੀਂ ਕੀ ਕੀਤਾ, ਬੈਂਕ ਤੋਂ ਲੋਨ ਲੈ ਲਿੱਤਾ। ਹੁਣ ਮੰਨ ਕੇ ਚੱਲਦੇ ਆ, ਬੈਂਕ ਤੋਂ ਲੋਨ ਲੈ ਲਿੱਤਾ, ਦੇਖੋ ਬੈਂਕ ਦਾ ਜਿਹੜਾ ਲੋਨ ਹੈ ਉਹ ਤਾਂ ਤੁਹਾਨੂੰ ਵਾਪਿਸ ਕਰਨਾ ਹੈਗਾ, ਨਾਲ ਵਿਆਜ ਵੀ ਦੇਣਾ ਹੈਗਾ, ਪਰ ਤੁਹਾਡਾ ਹੁਣ ਜਿਹੜਾ ਬਿਜ਼ਨਸ ਹੈਗਾ ਨਾ ਉਹ ਇੱਕ ਬਹੁਤ ਵੱਡੇ ਲੈਵਲ ਤੇ ਪਹੁੰਚ ਗਿਆ। ਪਹਿਲਾਂ ਤੁਸੀਂ ਸਿਰਫ ਪੰਜਾਬ ਚ ਮੰਨ ਲਓ ਬਿਜ਼ਨਸ ਕਰ ਰਹੇ ਸੀ, ਹੁਣ ਤੁਸੀਂ ਆਲ ਇੰਡੀਆ ਕਰ ਰਹੇ ਹੋ, ਤੇ ਉਸ ਤੋਂ ਬਾਅਦ ਤੁਹਾਡਾ ਪਲਾਨ ਹੈਗਾ ਕਿ ਤੁਸੀਂ ਵਰਲਡ ਦੇ ਕੋਨੇ-ਕੋਨੇ ਚ ਬਿਜ਼ਨਸ ਕਰੋ, ਯਾਨੀ ਤੁਹਾਡਾ ਜਿਹੜਾ ਸਮਾਨ ਹੈਗਾ ਉਹ ਅਲੱਗ-ਅਲੱਗ ਕੰਟਰੀਜ਼ ਵਿੱਚ ਜਿਹੜਾ ਹੈ ਉਹ ਐਕਸਪੋਰਟ ਹੋਵੇ, ਤੁਹਾਡਾ ਇੰਡੀਆ ਤੋਂ ਬਾਹਰ ਜਾਵੇ। ਠੀਕ ਹੈ ਜੀ। ਹੁਣ ਇਹਦੇ ਲਈ ਤੁਸੀਂ ਕੀ ਕਰੋਗੇ, ਤੁਸੀਂ ਕਹਿੰਦੇ ਹੋ ਯਾਰ ਮੈਨੂੰ ਫੰਡਸ ਦੀ ਬਹੁਤ ਜ਼ਰੂਰਤ ਹੈ, ਧਿਆਨ ਨਾਲ ਮੇਰੀ ਗੱਲ ਬਹੁਤ ਧਿਆਨ ਨਾਲ ਸਮਝਣਾ ਮੈਂ ਕੀ ਸਮਝਾ ਰਿਹਾ। ਹੁਣ ਤੁਸੀਂ ਕਹਿੰਦੇ ਹੋ ਯਾਰ ਮੇਰਾ ਬਿਜ਼ਨਸ ਅੱਛੀ ਤਰ੍ਹਾਂ ਗਰੋ ਕਰ ਰਿਹਾ, ਮੈਨੂੰ ਫੰਡ ਦੀ ਬਹੁਤ ਜ਼ਰੂਰਤ ਹੈਗੀ ਹੈ, ਤੇ ਕਿਉਂ ਨਾ ਮੈਂ ਸ਼ੇਅਰ ਮਾਰਕੀਟ ਦੇ ਥਰੂ ਫੰਡ ਰੇਜ਼ ਕਰ ਲਾਂ। ਸ਼ੇਅਰ ਮਾਰਕੀਟ ਦੇ ਥਰੂ ਮੈਂ ਕਿਉਂ ਕਹਿ ਰਿਹਾ, ਕਿਉਂਕਿ ਤੁਸੀਂ ਕੀ ਕਰੋਗੇ, ਆਪਣੀ ਕੰਪਨੀ ਨੂੰ ਲੈ ਕੇ ਆਓਗੇ, ਆਪਣੀ ਕੰਪਨੀ ਦਾ ਆਈਪੀਓ ਲੈ ਕੇ ਆਓਗੇ। ਆਈਪੀਓ ਕੀ ਹੁੰਦਾ ਮੈਂ ਤੁਹਾਨੂੰ ਸਮਝਾਵਾਂਗਾ। ਆਪਣੀ ਕੰਪਨੀ ਦਾ ਆਈਪੀਓ ਲੈ ਕੇ ਆਓਗੇ ਤੇ ਆਪਣੀ ਕੰਪਨੀ ਦੇ ਸ਼ੇਅਰਸ ਪਬਲਿਕ ਨੂੰ ਵੇਚੋਗੇ, ਪਬਲਿਕ ਕੋਲੋਂ ਫੰਡ ਰੇਜ਼ ਕਰੋਗੇ, ਤੇ ਉਹ ਜਿਹੜਾ ਫੰਡ ਤੁਹਾਡੇ ਕੋਲ ਆਏਗਾ ਉਸ ਫੰਡ ਦੇ ਨਾਲ ਤੁਸੀਂ ਆਪਣਾ ਐਕਸਪੈਂਸ਼ਨ ਕਰ ਸਕਦੇ ਹੋ, ਆਪਣਾ ਬਿਜ਼ਨਸ ਨੈਕਸਟ ਲੈਵਲ ਤੇ ਲੈ ਜਾ ਸਕਦੇ ਹੋ, ਤੇ ਅੱਛੇ ਲੈਵਲ ਤੱਕ ਲੈ ਜਾ ਸਕਦੇ ਹੋ, ਉਹ ਐਕਸਪੈਂਸ਼ਨ ਕਰ ਸਕਦੇ ਹੋ। ਕਿੱਦਾਂ ਕਰ ਸਕਦੇ ਹੋ, ਤੁਸੀਂ ਸਟਾਕ ਮਾਰਕੀਟ ਦੇ ਥਰੂ ਫੰਡ ਰੇਜ਼ ਕਰ ਲਿੱਤਾ। ਫੰਡ ਰੇਜ਼ ਕਰਨ ਨਾਲ ਹੁਣ ਇੱਕ ਜਿਹੜਾ ਮੈਂ ਪੁਆਇੰਟ ਸਮਝਾਉਣਾ ਚਾਹਤਾ, ਧਿਆਨ ਨਾਲ ਸਮਝਣਾ ਮੇਰੀ ਗੱਲ। ਮੈਂ ਤੁਹਾਨੂੰ ਕਿਹਾ ਸੀ ਕਿ ਜਿਹੜਾ ਅਸੀਂ ਬੈਂਕ ਤੋਂ ਪੈਸਾ ਲੈਂਦੇ ਆ ਉਹ ਸਾਨੂੰ ਵਾਪਿਸ ਕਰਨਾ ਹੁੰਦਾ ਹੈ, ਵਿਆਜ ਵੀ ਦੇਣਾ ਹੁੰਦਾ ਹੈ ਤੇ ਪ੍ਰਿੰਸੀਪਲ ਅਮਾਉਂਟ ਵੀ ਦੇਣਾ ਹੁੰਦਾ ਹੈ, ਬਟ ਜਿਹੜਾ ਸ਼ੇਅਰ ਬਾਜ਼ਾਰ ਤੋਂ ਅਸੀਂ ਪੈਸਾ ਰੇਜ਼ ਕਰਦੇ ਆ ਨਾ ਆਈਪੀਓ ਦੇ ਥਰੂ, ਉਹ ਫੰਡ ਸਾਨੂੰ ਪੈਸਾ ਵਾਪਿਸ ਨਹੀਂ ਕਰਨਾ। ਯਾਨੀ ਉਹ ਪੈਸਾ ਸਾਨੂੰ ਕੰਪਨੀਆਂ ਨੂੰ ਯਾਨੀ ਜਿਹੜੇ ਜਿਹਦੇ ਕੋਲੋਂ ਅਸੀਂ ਲਿੱਤਾ ਨਾ ਸ਼ੇਅਰ ਹੋਲਡਰ, ਮੰਨ ਲਓ ਮੇਰੀ ਕੰਪਨੀ ਹੈ ਫਾਈਨੈਂਸ਼ੀਅਲ ਡਾਟਾ, ਮੈਂ ਆਈਪੀਓ ਲੈ ਕੇ ਆਇਆ, ਮੈਂ 10 ਰੁਪਏ ਦਾ ਸ਼ੇਅਰ ਰੱਖਿਆ, ਤੁਸੀਂ ਸਾਰਿਆਂ ਨੇ ਇੱਕ ਇੱਕ ਸ਼ੇਅਰ ਖਰੀਦ ਲਿੱਤਾ, ਹੁਣ ਤੁਹਾਡੇ ਪੈਸੇ ਮੇਰੇ ਕੋਲ ਆ ਗਏ, ਮੈਂ ਤੁਹਾਨੂੰ ਪੈਸਾ ਵਾਪਸੀ ਨਹੀਂ ਕਰਾਂਗਾ। ਹੁਣ ਮੇਰੀ ਗੱਲ ਬਹੁਤ ਧਿਆਨ ਨਾਲ ਸਮਝਣਾ ਗਾਇਸ, ਮੈਂ ਤੁਹਾਨੂੰ ਪੈਸਾ ਵਾਪਸੀ ਨਹੀਂ ਕਰਾਂਗਾ, ਮੈਂ ਆਪਣੀ ਕੰਪਨੀ ਨੂੰ ਸਟਾਕ ਐਕਸਚੇਂਜ, ਜਿਹੜੇ ਇੰਡੀਆ ਵਿੱਚ ਦੋ ਸਟਾਕ ਐਕਸਚੇਂਜ ਹੈਗੇ ਨੇ, ਬੰਬੇ ਸਟਾਕ ਐਕਸਚੇਂਜ, ਨੈਸ਼ਨਲ ਸਟਾਕ ਐਕਸਚੇਂਜ, ਉਹਨਾਂ ਦੋਨਾਂ ਸਟਾਕ ਐਕਸਚੇਂਜ ਵਿੱਚ ਲਿਸਟ ਕਰਵਾ ਦਾਂਗਾ। ਮੈਂ ਆਪਣੀ ਕੰਪਨੀ ਫਾਈਨੈਂਸ਼ੀਅਲ ਐਡਾ ਨੂੰ BSE NSE ਤੇ ਲਿਸਟ ਕਰਵਾ ਦਾਂਗਾ, ਤੇ ਮੈਂ ਕਹਾਂਗਾ ਜਿਨ੍ਹਾਂ ਨੂੰ ਸਟਾਕ ਮੇਰਾ ਖਰੀਦਣਾ ਹੈ ਤੇ ਜਿਨ੍ਹਾਂ ਨੂੰ ਵੇਚਣਾ ਹੈ, ਮੰਨ ਲਓ ਤੁਹਾਡੇ ਕੋਲ ਹੈ ਕਿ ਤੁਸੀਂ ਵੇਚਣਾ ਚਾਹੁੰਦੇ ਹੋ ਜਾਂ ਕਿਸੇ ਨੂੰ ਖਰੀਦਣਾ ਹੈ, ਉਹ ਸਟਾਕ ਐਕਸਚੇਂਜ ਤੇ ਜਾਏ ਤੇ ਆਪਸ ਵਿੱਚ ਬਾਇੰਗ ਸੈਲਿੰਗ ਕਰਦਾ ਰਹੇ। ਮੇਰੇ ਕੋਲ ਪੈਸਾ ਤੇ ਆ ਗਿਆ 10 ਰੁਪਏ ਦੇ ਹਿਸਾਬ ਨਾਲ। ਹੁਣ ਮਾਰਕੀਟ 'ਚ ਰੇਟ ਜਿਹੜਾ ਚੱਲੇਗਾ ਉਹ ਡਿਮਾਂਡ ਤੇ ਸਪਲਾਈ ਨਾਲ ਚੱਲੇਗਾ। ਮੰਨ ਲਓ ਫਾਈਨੈਂਸ਼ੀਅਲ ਅੱਡਾ ਦਾ ਬਿਜ਼ਨਸ ਬਹੁਤ ਵਧੀਆ ਗਰੋ ਕਰ ਰਿਹਾ ਹੈ ਤੇ ਡਿਮਾਂਡ ਵੱਧ ਗਈ, ਹੁਣ ਤੁਸੀਂ ਜਿਹੜਾ ਸ਼ੇਅਰ ਹੈ ਤੁਹਾਡੇ ਕੋਲ 10 ਦਾ ਖਰੀਦਿਆ ਸੀ, ਤੁਸੀਂ ਕਹਿ ਰਹੇ ਹੋ ਕਿ ਮੈਨੂੰ ਤਾਂ 20 ਰੁਪਏ ਚਾਹੀਦੇ ਨੇ ਤਦ ਮੈਂ ਵੇਚਾਂਗਾ, ਤੇ ਮੰਨ ਲਓ ਡਿਮਾਂਡ ਇੰਨੀ ਵੱਧ ਗਈ ਕਿ ਤੁਹਾਡਾ 20 ਰੁਪਏ ਦਾ ਸ਼ੇਅਰ ਵਿਕਣਾ ਸਟਾਰਟ ਹੋ ਗਿਆ, ਤੇ ਤੁਹਾਨੂੰ 10 ਦੀ ਚੀਜ਼ 20 ਚ ਵਿਕ ਗਈ। ਇਹ ਹੁੰਦਾ ਸਟਾਕ ਮਾਰਕੀਟ ਦਾ ਕੰਮ। ਹੁਣ ਆਈ ਹੋਪ ਤੁਹਾਨੂੰ ਇਹ ਵਾਲੀ ਚੀਜ਼ ਸਮਝ ਆ ਗਈ ਹੋਵੇਗੀ ਕਿ ਸਟਾਕ ਮਾਰਕੀਟ ਕੀ ਹੁੰਦੀ ਹੈ। ਸਟਾਕ ਮਾਰਕੀਟ ਇੱਕ ਇਹੋ ਜਿਹੀ ਜਗ੍ਹਾ ਹੈ ਜਿੱਥੇ ਬਾਇਰਸ ਅਤੇ ਸੈਲਰਸ ਮੀਟ ਕਰਦੇ ਨੇ ਤੇ ਉਹ ਬਾਈ ਸੈਲ ਕਰਦੇ ਨੇ। ਸਟਾਕ ਐਕਸਚੇਂਜ ਇੱਕ ਇਹੋ ਜਿਹੀ ਜਗ੍ਹਾ ਹੈ ਜਿੱਥੇ ਜਿਹੜੀ ਕੰਪਨੀ ਫੰਡ ਰੇਜ਼ ਕਰਦੀ ਹੈ ਪਬਲਿਕ ਤੋਂ, ਉਹ ਉਸ ਤੋਂ ਬਾਅਦ ਫੰਡ ਰੇਜ਼ ਕਰਨ ਤੋਂ ਬਾਅਦ ਆਪਣੇ ਆਪ ਨੂੰ ਲਿਸਟ ਕਰਵਾ ਦਿੰਦੀ ਹੈ ਸਟਾਕ ਐਕਸਚੇਂਜ ਤੇ ਕਹਿੰਦੀ ਹੈ ਹੁਣ ਕਿਸੇ ਨੂੰ ਸ਼ੇਅਰ ਵੇਚਣਾ ਤੇ ਉਹ ਸਟਾਕ ਐਕਸਚੇਂਜ ਜਾਵੇ, ਤੇ ਕਿਸੇ ਨੂੰ ਸ਼ੇਅਰ ਖਰੀਦਣਾ ਉਹ ਵੀ ਸਟਾਕ ਐਕਸਚੇਂਜ ਜਾਏ, ਤੇ ਆਪਸ ਵਿੱਚ ਬਾਇੰਗ ਸੈਲਿੰਗ ਤੁਸੀਂ ਕਰਦੇ ਰਹੋ। ਤੇ ਮੈਂ ਤੁਹਾਨੂੰ ਕੀ ਕਿਹਾ ਸੀ ਕਿ ਸਟਾਕ ਮਾਰਕੀਟ ਤੋਂ ਜਿਹੜਾ ਫੰਡ ਅਸੀਂ ਰੇਜ਼ ਕਰਦੇ ਉਹ ਵਾਪਿਸ ਨਹੀਂ ਕਰਦੇ। ਮੈਂ ਤੁਹਾਡੇ ਤੋਂ 10-10 ਰੁਪਏ ਲੈ ਲਿੱਤੇ, ਉਹ 10 ਰੁਪਏ ਮੈਂ ਆਪਣੇ ਬਿਜ਼ਨਸ 'ਚ ਪਾ ਦਿੱਤੇ, ਪਰ ਅਗਰ ਤੁਹਾਨੂੰ ਐਗਜ਼ਿਟ ਕਰਨਾ ਹੈ, ਤੁਹਾਨੂੰ ਤੁਹਾਡੇ 10 ਰੁਪਏ ਵਾਪਿਸ ਚਾਹੀਦੇ ਜਾਂ ਜੋ ਵੀ ਤੁਹਾਨੂੰ ਅਮਾਉਂਟ ਵਾਪਿਸ ਚਾਹੀਦਾ ਹੈ, ਉਹ ਤੁਸੀਂ ਕਿਧਰੋਂ ਲਵੋਗੇ? ਤੁਸੀਂ ਸਟਾਕ ਐਕਸਚੇਂਜ ਦੇ ਕੋਲ ਜਾਓਗੇ ਤੇ ਆਪਣੇ ਸੈਲਰ ਢੂੰਡੋਗੇ, ਮਤਲਬ ਸੈਲਰ ਤੇ ਤੁਸੀਂ ਹੋਗੇ ਬਾਇਰ ਢੂੰਡੋਗੇ। ਠੀਕ ਹੈ, ਹੁਣ ਬਾਇਰ ਤੁਹਾਨੂੰ ਢੂੰਡੇਗਾ, ਤੁਸੀਂ ਆਪਸ 'ਚ ਮੇਰਾ ਸ਼ੇਅਰ ਆਪਾਂ ਖਰੀਦ ਲਿੱਤਾ ਵੇਚ ਲਿੱਤਾ, ਤੁਸੀਂ ਆਪਸ 'ਚ ਕਰਦੇ ਪਏ ਹੋ। ਤੇ ਹੁਣ ਪੁਆਇੰਟ ਪਤਾ ਕੀ ਹੈ, ਹੁਣ ਸ਼ੇਅਰ ਮਾਰਕੀਟ 'ਚ ਸ਼ੇਅਰ ਉਦਾਂ ਹੀ ਵੱਧਦਾ ਹੈ ਜਿਹਦਾ ਕੰਪਨੀ ਦਾ ਪ੍ਰੋਫਿਟ ਵੱਧਦਾ ਹੈ। ਹੁਣ ਮੰਨ ਲਓ ਫਾਈਨੈਂਸ਼ੀਅਲ ਅੱਡਾ ਦੀ ਪਰਫਾਰਮੈਂਸ ਵਧੀਆ ਹੁੰਦੀ ਰਹੇਗੀ, ਤਦੀ ਤੇ ਮੇਰੇ ਕੰਪਨੀ ਦੇ ਸ਼ੇਅਰ ਲੋਕੀ ਮਹਿੰਗੇ ਰੇਟ ਤੇ ਬਾਏ ਕਰਨਗੇ, ਤਦੀ ਤੇ ਤੁਸੀਂ ਪ੍ਰੋਫਿਟ ਕਮਾ ਪਾਓਗੇ। ਤੇ ਜਦ ਮੈਂ ਅੱਛੀ ਪਰਫਾਰਮੈਂਸ ਕਰਾਂਗਾ ਤੇ ਮੇਰੇ ਸ਼ੇਅਰ ਪ੍ਰਾਈਸ ਵੀ ਵਧੇਗਾ। ਆਈ ਹੋਪ ਤੁਹਾਨੂੰ ਸਮਝ ਆ ਗਿਆ ਹੋਵੇਗਾ। ਹੁਣ ਆਂਦਾ ਹੈ ਟਾਈਪਸ ਆਫ ਸਟਾਕ ਮਾਰਕੀਟ। ਸਟਾਕ ਮਾਰਕੀਟ ਵਿੱਚ ਦੋ ਟਾਈਪਸ ਹੁੰਦੀ ਹੈ, ਇੱਕ ਹੁੰਦੀ ਹੈ ਪ੍ਰਾਇਮਰੀ ਮਾਰਕੀਟ, ਇੱਕ ਹੁੰਦੀ ਹੈ ਸੈਕੰਡਰੀ ਮਾਰਕੀਟ। ਮੈਂ ਤੁਹਾਨੂੰ ਦੱਸਿਆ ਸੀ ਆਈਪੀਓ ਦੇ ਬਾਰੇ ਵਿੱਚ। ਆਈਪੀਓ ਕੀ ਹੁੰਦਾ ਹੈ? ਜਦ ਕੋਈ ਕੰਪਨੀ ਪਹਿਲੀ ਵਾਰ ਸਟਾਕ ਐਕਸਚੇਂਜ ਤੇ ਲਿਸਟ ਕਰਦੀ ਹੈ, ਪਹਿਲੀ ਵਾਰ ਆਪਣੇ ਸ਼ੇਅਰ ਪਬਲਿਕ ਨੂੰ ਵੇਚਦੀ ਹੈ ਤੇ ਉਹਨਾਂ ਕੋਲੋਂ ਫੰਡ ਰੇਜ਼ ਕਰਦੀ ਹੈ, ਇਸ ਪੂਰੇ ਹੀ ਪ੍ਰੋਸੈਸ ਨੂੰ ਆਪਾਂ ਆਈਪੀਓ ਕਹਿੰਦੇ ਆ। ਤੇ ਆਈਪੀਓ ਕਿਹਦੇ ਅੰਦਰ ਆਂਦਾ ਹੈ? ਆਈਪੀਓ ਆਂਦਾ ਹੈ ਪ੍ਰਾਇਮਰੀ ਮਾਰਕੀਟ ਦੇ ਅੰਦਰ। ਤੇ ਜਦ ਕੋਈ ਕੰਪਨੀ
आईपीओ लियाकर अपने शेयर्स बेच देती है ते फंड रेज कर लेती है, उस तो बाद अपने आप को स्टॉक एक्सचेंज विच लिस्ट करा देती है ते उस स्टॉक एक्सचेंज विच बायर ते सेलर आपस में खरीदी ते सैलिंग करते पे ने, उस मार्केट ਨੂੰ ਅਸੀਂ ਕਹਿੰਦੇ ਆ ਸੈਕੰਡਰੀ ਮਾਰਕੀਟ। ਤੇ ਜਦ ਕੋਈ ਆਈਪੀਓ ਆਂਦਾ ਤੇ ਅਸੀਂ ਕਹਿੰਦੇ ਆ ਕਿ ਇਹ ਪ੍ਰਾਇਮਰੀ ਮਾਰਕੀਟ ਵਿੱਚ ਆਇਆ ਹੈ। ਤੇ ਜਦ ਕੋਈ ਤੁਹਾਡਾ ਉਹ ਆਂਦਾ ਹੈ ਜਿਹੜੇ ਸ਼ੇਅਰ ਤੁਸੀਂ ਆਪਸ ਵਿੱਚ ਸਟਾਕ ਐਕਸਚੇਂਜ ਤੋਂ ਖਰੀਦਦੇ ਹੋ ਉਹ ਸੈਕੰਡਰੀ ਮਾਰਕੀਟ ਤੋਂ ਖਰੀਦਦੇ ਹੋ। ਆਈ ਹੋਪ ਤੁਹਾਨੂੰ ਸਮਝ ਆ ਗਿਆ ਹੋਵੇਗਾ। ਅਗਰ ਤੁਹਾਡੇ ਇੱਥੇ ਤੱਕ ਕੋਈ ਡਾਊਟਸ ਹੈਗੇ ਨੇ ਤੁਸੀਂ ਕਮੈਂਟ ਸੈਕਸ਼ਨ 'ਚ ਕਮੈਂਟ ਕਰਕੇ ਪੁੱਛ ਸਕਦੇ ਹੋ। ਅਗਰ ਤੁਹਾਡੇ ਡਾਊਟਸ ਟਾਈਪਸ ਆਫ ਸਟਾਕ ਮਾਰਕੀਟ ਦੇ ਹੈਗੇ ਨੇ ਤੁਸੀਂ ਕਮੈਂਟ ਸੈਕਸ਼ਨ ਵਿੱਚ ਪੁੱਛ ਸਕਦੇ ਹੋ। कोई डाउट्स है ने तो तुसी सारे पूछो, नहीं तो आप आगे बढ़ते हैं। परफेक्ट। तो हुण असी गल कर रहे हैं, बहुत वधिया क्वेश्चन पूछा जी दलवीर सिंह जी। ਤੁਸੀਂ ਪੁੱਛਿਆ ਕਿ ਨੰਬਰ ਆਫ ਸ਼ੇਅਰ ਕੰਪਨੀ ਦੇ ਕੌਣ ਡਿਸਾਈਡ ਕਿਵੇਂ ਡਿਸਾਈਡ ਹੁੰਦੇ ਨੇ ਤੇ ਨੰਬਰ ਆਫ ਸ਼ੇਅਰ ਜਦ ਵੀ ਕੋਈ ਆਈਪੀਓ ਆਂਦਾ ਹੈ ਨਾ, ਦੇਖੋ ਦਲਵੀਰ ਸਿੰਘ ਜੀ ਧਿਆਨ ਨਾਲ ਸਮਝਣਾ, ਜਦ ਕੋਈ ਕੰਪਨੀ ਆਪਣਾ ਆਈਪੀਓ ਲੈ ਕੇ ਆਂਦੀ ਹੈ ਨਾ ਉਹ ਇਨਵੈਸਟਮੈਂਟ ਬੈਂਕਰ ਹਾਇਰ ਕਰਦੀ ਹੈ। ਇੱਕ ਹੁੰਦਾ ਸਾਡਾ ਨਾਰਮਲ ਬੈਂਕ ਜਿੱਥੇ ਅਸੀਂ ਪੈਸਾ ਡਿਪੋਜ਼ਿਟ ਕਰਦੇ ਹਾਂ, ਜਿੱਥੇ ਅਸੀਂ ਪੈਸਾ ਵਿਡਰਾਅ ਕਰਦੇ ਹਾਂ, ਉਹ ਕੰਮ ਹੁੰਦਾ ਹੈ ਬੈਂਕ ਦਾ। ਇੱਕ ਦੂਜਾ ਬੈਂਕ ਆਂਦਾ ਹੈ ਇਨਵੈਸਟਮੈਂਟ ਬੈਂਕਿੰਗ ਜਿਹਨੂੰ ਕਹਿੰਦੇ ਆ। ਇਨਵੈਸਟਮੈਂਟ ਬੈਂਕਿੰਗ ਦਾ ਜਾਂ ਮਰਚੈਂਟ ਬੈਂਕਿੰਗ ਦਾ ਕੀ ਕੰਮ ਹੁੰਦਾ ਹੈ, ਉਹ ਹੈਲਪ ਕਰਦੇ ਨੇ ਸ਼ੇਅਰ ਮਾਰਕੀਟ ਦੇ ਅੰਦਰ ਕੰਪਨੀਆਂ ਨੂੰ ਫੰਡ ਰੇਜ਼ ਕਰਨ ਦੀ, ਆਈਪੀਓ ਲਿਆਉਣ ਵਿੱਚ ਉਹ ਹੈਲਪ ਕਰਦੇ ਨੇ। ਤੇ ਜਿਹੜਾ ਤੁਸੀਂ ਕੁਐਸਚਨ ਪੁੱਛਿਆ ਨਾ ਕਿ ਨੰਬਰ ਆਫ ਸ਼ੇਅਰ ਕੰਪਨੀ ਦੇ ਕੌਣ ਡਿਸਾਈਡ ਕਰਦਾ ਹੈ ਤੇ ਕਿੱਦਾਂ ਡਿਸਾਈਡ ਹੁੰਦੇ ਨੇ, ਇਹ ਸਾਰਾ ਕੰਮ ਪੂਰਾ ਐਨਾਲਿਸਿਸ ਹੁੰਦਾ ਹੈ। ਇਹ ਸਾਰਾ ਕੰਮ ਇਨਵੈਸਟਮੈਂਟ ਬੈਂਕਰ ਕਰਦਾ ਹੈ ਬਿਹਾਫ ਆਫ ਕੰਪਨੀ ਦੇ ਬਿਹਾਫ ਤੇ ਇਨਵੈਸਟਮੈਂਟ ਬੈਂਕਰ ਕਰਦਾ ਹੈ ਤੇ ਉਹਦੇ ਕਹਿਣ ਤੇ ਹੀ ਕੰਪਨੀ ਕਿੰਨੇ ਸ਼ੇਅਰ ਇਸ਼ੂ ਕਰ ਰਹੀ ਹੈ, ਕਿਸ ਪ੍ਰਾਈਸ ਤੇ ਲਿਆ ਰਹੀ ਹੈ, ਇਹ ਸਾਰਾ ਕੰਮ ਇਨਵੈਸਟਮੈਂਟ ਬੈਂਕਰ ਦਾ ਹੁੰਦਾ ਹੈ ਤੇ ਉਹ ਕਰਦੇ ਨੇ। ਆਈ ਹੋਪ ਤੁਹਾਡਾ ਆਨਸਰ क्लियर हो गया होगा क्वेरी। ਹੁਣ ਆਪਾਂ ਗੱਲ ਕਰ ਰਹੇ ਹਾਂ ਸੈਬੀ ਦੇ ਬਾਰੇ। ਸੈਬੀ ਹੈਗਾ ਸਿਕਿਉਰਿਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ। ਸਿਕਿਉਰਿਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ ਜਿਹੜਾ ਹੈ ਉਹ ਐਸਟੈਬਲਿਸ਼ ਹੋਇਆ ਸੀ 1992 ਵਿੱਚ ਤੇ ਸੈਬੀ ਦਾ ਮੇਨ ਕੰਮ ਹੈਗਾ ਟੂ ਪ੍ਰੋਟੈਕਟ ਦਾ ਇੰਟਰਸਟ ਆਫ ਇਨਵੈਸਟਰ ਇਨਵੈਸਟਿੰਗ ਇਨ ਸਿਕਿਉਰਿਟੀਜ਼ ਅਲੋਂਗ ਵਿਦ ਰੈਗੂਲੇਟਿੰਗ ਦਾ ਸਿਕਿਉਰਿਟੀਜ਼ ਮਾਰਕੀਟ। ਯਾਨੀ ਅਸੀਂ ਜਿਹੜੇ ਇਨਵੈਸਟਰਸ ਹੈਗੇ ਆ, ਅਸੀਂ ਇਨਵੈਸਟ ਕਰ ਰਹੇ ਹਾਂ ਸ਼ੇਅਰ ਮਾਰਕੀਟ ਦੇ ਵਿੱਚ, ਸਾਡਾ ਜਿਹੜਾ ਪ੍ਰੋਟੈਕਸ਼ਨ ਕਰਨ ਦਾ ਕੰਮ ਹੈਗਾ ਉਹ ਕੌਣ ਕਰਦਾ ਹੈ, ਸੈਬੀ ਕਰਦਾ ਹੈ। ਨਾਲੇ ਕੰਪਨੀਆਂ ਨੂੰ ਜਾਂ ਸ਼ੇਅਰ ਮਾਰਕੀਟ ਨੂੰ ਰੈਗੂਲੇਟ ਕੌਣ ਕਰਦਾ ਹੈ, ਸੈਬੀ ਕਰਦਾ ਹੈ। ਅਗਰ ਤੁਹਾਡੇ ਤੋਂ ਕੋਈ ਪੁੱਛੇ ਨਾ ਹੂ ਰੈਗੂਲੇਟ ਸਿਕਿਉਰਿਟੀਜ਼ ਮਾਰਕੀਟ ਜਾਂ ਹੂ ਰੈਗੂਲੇਟ ਸਟਾਕ ਮਾਰਕੀਟ ਤੇ ਤੁਹਾਡਾ ਆਨਸਰ ਹੋਏਗਾ ਸੈਬੀ। ਸਿਕਿਉਰਿਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ ਰੈਗੂਲੇਟ ਸਿਕਿਉਰਿਟੀਜ਼ ਮਾਰਕੀਟ ਜਾਂ ਰੈਗੂਲੇਟ ਸਟਾਕ ਮਾਰਕੀਟ। ਆਈ ਹੋਪ ਤੁਹਾਨੂੰ ਸਮਝ ਆ ਗਿਆ ਹੋਵੇ। ਅੱਗੇ ਵਧਦੇ ਤੇ ਗੱਲ ਕਰਦੇ ਆ ਆਪਾਂ ਨੈਸ਼ਨਲ ਸਟਾਕ ਐਕਸਚੇਂਜ ਤੇ ਬੰਬੇ ਸਟਾਕ ਐਕਸਚੇਂਜ ਦੀ। ਜਸਟ ਅ ਸੈਕਿੰਡ ਗਾਇਸ। वेरी सॉरी गाइस। हाँ तो हम ਅਸੀਂ ਗੱਲ ਕਰ ਰਹੇ ਸੀ ਸਟਾਕ ਐਕਸਚੇਂਜ ਦੇ ਬਾਰੇ ਤੇ ਸਾਡੀ ਇੰਡੀਆ ਦੇ ਅੰਦਰ ਦੋ ਸਟਾਕ ਐਕਸਚੇਂਜ ਨੇ, ਨੈਸ਼ਨਲ ਸਟਾਕ ਐਕਸਚੇਂਜ ਤੇ ਬੰਬੇ ਸਟਾਕ ਐਕਸਚੇਂਜ। ਇਹ ਦੋਨੋਂ ਹੀ ਸਟਾਕ ਐਕਸਚੇਂਜ ਦੇ ਥਰੂ ਅਸੀਂ ਸ਼ੇਅਰ ਦੀ ਬਾਇੰਗ ਅਤੇ ਸੈਲਿੰਗ ਕਰ ਸਕਦੇ ਹਾਂ। ਯਾਨੀ ਅਗਰ ਸਾਨੂੰ ਸ਼ੇਅਰ ਖਰੀਦਣਾ ਹੈ ਤੇ ਬੰਬੇ ਸਟਾਕ ਐਕਸਚੇਂਜ ਜਾਂ ਨੈਸ਼ਨਲ ਸਟਾਕ ਐਕਸਚੇਂਜ ਦੇ ਥਰੂ ਅਸੀਂ ਖਰੀਦ ਸਕਦੇ ਹਾਂ ਤੇ ਅਗਰ ਸਾਨੂੰ ਕੋਈ ਸ਼ੇਅਰ ਵੇਚਣਾ ਹੈ ਉਹ ਵੀ ਅਸੀਂ ਬੰਬੇ ਸਟਾਕ ਐਕਸਚੇਂਜ ਤੇ ਨੈਸ਼ਨਲ ਸਟਾਕ ਐਕਸਚੇਂਜ ਦੇ ਥਰੂ ਸੈਲ ਕਰ ਸਕਦੇ ਹਾਂ। ਹੁਣ ਅਗਰ ਅੱਗੇ ਗੱਲ ਕਰੀਏ ਬੰਬੇ ਸਟਾਕ ਐਕਸਚੇਂਜ ਦੀ ਤੇ ਜਿਹੜਾ ਬੰਬੇ ਸਟਾਕ ਐਕਸਚੇਂਜ ਹੈ ਜਿਹਨੂੰ ਅਸੀਂ BSE ਕਹਿੰਦੇ ਆ, ਉਹ ਏਸ਼ੀਆ ਦਾ ਫਰਸਟ ਤੇ ਫਾਸਟੈਸਟ ਸਟਾਕ ਐਕਸਚੇਂਜ ਹੈ ਇਨ ਦਾ ਵਰਲਡ ਵਿਦ ਸਪੀਡ ਆਫ 6 ਮਾਈਕਰੋਸੈਕਿੰਡ। ਇਹਦੀ ਸਪੀਡ 6 ਮਾਈਕਰੋਸੈਕਿੰਡ ਹੈਗੀ ਹੈ ਤੇ ਏਸ਼ੀਆ ਦਾ ਫਰਸਟ ਸਟਾਕ ਐਕਸਚੇਂਜ ਹੈਗਾ ਤੇ ਵਰਲਡ ਦਾ ਇੱਕ ਏਸ਼ੀਆ ਦਾ ਫਾਸਟੈਸਟ ਸਟਾਕ ਐਕਸਚੇਂਜ ਹੈਗਾ। ਉਸ ਤੋਂ ਬਾਅਦ ਅਗਰ ਗੱਲ ਕਰੀਏ ਨੈਸ਼ਨਲ ਸਟਾਕ ਐਕਸਚੇਂਜ ਦੀ ਤੇ ਜਿਹੜਾ ਨੈਸ਼ਨਲ ਸਟਾਕ ਐਕਸਚੇਂਜ ਹੈਗਾ ਉਹ ਸਾਡਾ ਜਿਹੜਾ ਨੈਸ਼ਨਲ ਸਟਾਕ ਐਕਸਚੇਂਜ ਹੈਗਾ ਉਹਦੇ ਅੰਦਰ ਆਂਦੀ ਹੈ 50 ਕੰਪਨੀਆਂ। ਇਹ ਵੀ ਅਗਰ ਗੱਲ ਕਰੀਏ ਫਿਊਚਰ ਐਂਡ ਆਪਸ਼ਨ ਜਿਹੜਾ ਹੁੰਦਾ ਹੈ ਨਾ ਆਪਣਾ ਸਟਾਕ ਮਾਰਕੀਟ ਦੇ ਅੰਦਰ ਕੀ ਕਹਿੰਦੇ ਨੇ ਡੈਰੀਵੇਟਿਵ ਮਾਰਕੀਟ ਵਿੱਚ ਨੰਬਰ 1 ਤੇ ਆਂਦਾ ਹੈ ਕਿਹੜਾ ਆਂਦਾ ਹੈ, ਨੈਸ਼ਨਲ ਸਟਾਕ ਐਕਸਚੇਂਜ। ਠੀਕ ਹੈ, ਨੈਸ਼ਨਲ ਸਟਾਕ ਐਕਸਚੇਂਜ ਨੰਬਰ 1 ਤੇ ਆਂਦਾ ਹੈ ਕਿਦੇ ਵਿੱਚ, ਡੈਰੀਵੇਟਿਵ ਮਾਰਕੀਟ ਵਿੱਚ। ਵਰਲਡ ਵਿੱਚ ਸਭ ਤੋਂ ਜ਼ਿਆਦਾ ਵੋਲਿਊਮ NSE ਵਿੱਚ ਹੁੰਦੀ ਹੈ। ਹੁਣ NSE ਤੇ BSE ਦੇ ਅੰਦਰ ਨਾ ਦੋ ਇੰਡਾਈਸਿਸ ਆਂਦੇ ਆ, ਇਹਨੂੰ ਪੂਰਾ ਧਿਆਨ ਨਾਲ ਸਮਝਣਾ। ਮੈਂ ਬਹੁਤ ਹੀ ਵਧੀਆ ਚੀਜ਼ ਤੁਹਾਨੂੰ ਸਮਝਾਉਣ ਜਾ ਰਿਹਾ। ਹੁਣ ਮੈਂ ਕੀ ਸਮਝਾਉਣ ਜਾ ਰਿਹਾ,
स्पीड 6 माइक्रोसेकंड का मतलब हैगा कि जेड़ा प्राइस होंदा है ना वो 6 माइक्रोसेकंड दे विच बदलदा रहता है ते ट्रेड सब तो जल्दी ਇਹਦੇ ਵਿੱਚ हो जाता है। ਇਹਦਾ ਇਹ मतलब है स्पीड मतलब जिन्नी ज्यादा स्पीड होएगी इंटरनेट दी या जिन्नी ज्यादा स्पीड स्टॉक एक्सचेंज दी होएगी उन्ना जल्दी स्टॉक एक्सचेंज में सौदा होने के चांसेस है। ठीक है, ਹੁਣ ਆਪਾਂ ਗੱਲ ਕਰਦੇ ਆ ਬਹੁਤ ਹੀ ਇੰਪੋਰਟੈਂਟ ਜਿਹੜਾ ਮੇਰਾ ਪੁਆਇੰਟ ਹੈਗਾ ਸੈਂਸੈਕਸ ਅਤੇ ਨਿਫਟੀ ਦੀ। ਤੁਹਾਨੂੰ ਸਾਰਿਆਂ ਨੇ ਸੁਣਿਆ ਹੋਵੇਗਾ ਕਿ ਅੱਜ ਨਿਫਟੀ ਇੰਨਾ ਵੱਧ ਗਿਆ, ਅੱਜ ਸੈਂਸੈਕਸ ਵੱਧ ਗਿਆ, ਅੱਜ ਸੈਂਸੈਕਸ ਗਿਰ ਗਿਆ, ਅੱਜ ਨਿਫਟੀ ਗਿਰ ਗਿਆ ਤੇ ਅਸੀਂ ਸੈਂਸੈਕਸ ਅਤੇ ਨਿਫਟੀ ਨੂੰ ਇੰਨੀ ਵੈਲਿਊ ਕਿਉਂ ਦਿੰਦੇ ਆ, ਉਹਦੇ ਪਿੱਛੇ ਕੀ ਰੀਜ਼ਨ ਹੈ ਤੇ ਇਹ ਸੈਂਸੈਕਸ ਤੇ ਨਿਫਟੀ ਹੁੰਦਾ ਕੀ ਹੈ, ਐਕਚੁਅਲ ਸੈਂਸੈਕਸ ਹੈ ਕੀ ਤੇ ਨਿਫਟੀ ਹੈ ਕੀ। ਬੜੇ ਧਿਆਨ ਨਾਲ ਸਮਝਣਾ ਕਿਉਂਕਿ ਸੈਂਸੈਕਸ ਅਤੇ ਨਿਫਟੀ ਨੇ ਬਹੁਤ ਲੋਕਾਂ ਨੂੰ ਕਨਫਿਊਜ਼ ਕੀਤਾ ਹੋਇਆ ਹੈ। एक्चुअली लोगों को सेंसेक्स और निफ्टी के बारे समझ ही नहीं आता। ध्यान नाल समझो, पहला समझते हैं निफ्टी 50 के बारे। निफ्टी 50 है की नेशनल स्टॉक एक्सचेंज हैगा साडा बॉम्बे विच हैगा इहदे नेशनल स्टॉक एक्सचेंज। नेशनल स्टॉक एक्सचेंज दा एक इंडेक्स हैगा, नेशनल स्टॉक एक्सचेंज दा एक इंडेक्स या इंडाइसिस हैगा जिहदा नाम है निफ्टी 50। निफ्टी 50 दे अंदर इंडिया दी 50 वड्डी कंपनीज आंदी है। निफ्टी 50 के अंदर इंडिया की 50 वड्डी कंपनी आती है एज पर फ्री फ्लोट मार्केट कैपिटलाइजेशन। ते निफ्टी 50 का मतलब हैगा कि वो 50 कंपनी के अंदर अगर खरीदारी होती है, अगर लोग खरीद रहे हैं उन 50 कंपनी के अंदर ते निफ्टी बढ़ेगा। ते अगर वो 50 कंपनी के अंदर गिरावट यानी सेलिंग हो रही है तो निफ्टी गिरेगा। ते अगर कल को कोई कहता है ना कि आज निफ्टी बहुत बढ़ गया ते आज निफ्टी बहुत घट हो रहा है या निफ्टी गिर रहा है, ऐसा मतलब है कि निफ्टी के अंदर जेडी 50 कंपनीज आती है, जेड़ा निफ्टी इंडेक्स के अंदर 50 कंपनीज आती है वो 50 कंपनी के अंदर बाइंग हो रही है। अगर निफ्टी बढ़ रहा है तो वो 50 कंपनी के अंदर बाइंग हो रही है, तो अगर निफ्टी कट हो रहा है या निफ्टी गिर रहा है तो वो 50 कंपनी के अंदर सेलिंग हो रही है। उसी साइड अगर जेड़ा साडा सेंसेक्स हैगा, सेंसेक्स इंडेक्स हैगा बॉम्बे स्टॉक एक्सचेंज दा, ते बॉम्बे स्टॉक एक्सचेंज भी सेंसेक्स दे अंदर 30 कंपनीज आंदी है, 30 कंपनीज आंदी है ते एदे अंदर भी 30 वड्डी कंपनीज आंदी है इंडिया दी। ते अगर 30 वड्डी कंपनीज विच खरीदारी होती है ते सेंसेक्स बढ़ता है, अगर 30 वड्डी कंपनीज दे अंदर सेलिंग होती है ते सेंसेक्स गिरता है। निफ्टी ਅਤੇ सेंसेक्स सानू दस देंदे ने कि मार्केट आज बढ़ रही है या घट हो रही है। आई होप ਤੁਹਾਨੂੰ समझ आ गया होगा कि निफ्टी ਅਤੇ सेंसेक्स विच की डिफरेंस ਹੁੰਦਾ है। अगर ਤੁਹਾਡੇ कोई ਇੱਥੇ तक डाउट्स ने ਤੁਸੀਂ ਪੁੱਛ ਸਕਦੇ ਹੋ। ਅੱਗੇ ਵਧਦੇ ਹਾਂ ਸੈਸ਼ਨ ਦੇ ਤੇ ਅੱਗੇ ਗੱਲ ਕਰਦੇ ਹਾਂ ਨੀਡ ਫॉर ਸਟਾਕ ਮਾਰਕੀਟ ਦੀ। यानी स्टॉक मार्केट ਦੀ ਸਾਨੂੰ ਨੀਡ ਕਿਉਂ ਪਈ। ਤੁਹਾਨੂੰ ਸਭ ਤੋਂ ਪਹਿਲਾਂ ਸੈਸ਼ਨ ਜਦ ਸਟਾਰਟ ਕੀਤਾ ਸੀ ਮੈਂ ਤੁਹਾਡੇ ਨਾਲ ਕੀ ਗੱਲ ਕਰ ਰਿਹਾ ਸੀ ਕਿ ਸਭ ਤੋਂ ਪਹਿਲਾਂ ਅਸੀਂ ਫੰਡ ਆਪਣਾ ਪੈਸਾ ਲਗਾਉਂਦੇ ਆ, ਆਪਣਾ ਜਦ ਬਿਜ਼ਨਸ ਸਟਾਰਟ ਕਰਦੇ ਆ ਅਸੀਂ ਆਪਣਾ ਪੈਸਾ ਲਗਾਉਂਦੇ ਆ, ਉਸ ਤੋਂ ਬਾਅਦ ਅਸੀਂ ਆਪਣੇ ਦੋਸਤਾਂ ਕੋਲੋਂ ਰਿਸ਼ਤੇਦਾਰਾਂ ਕੋਲੋਂ ਲੈ ਲੈਂਦੇ ਆ, ਉਸ ਤੋਂ ਬਾਅਦ ਅਸੀਂ ਲੋਨ ਲੈ ਲੈਂਦੇ ਆ ਤੇ ਜਦ मेरा बिजनेस बहुत बड़ा हो जाता है तो मैं लोन लेने का मेरा नहीं मन कर रहा, क्योंकि लोन लेना मतलब ਤੁਹਾਨੂੰ पता है ब्याज भी देना नाल प्रिंसिपल भी वापस देना। ਤੇ मैं की करता स्टॉक मार्केट के थ्रू फंड रेज कर लेता जिदे नाल मैनू काफी टाइम तक फंड मिल जाता है ते मेरा स्टॉक एक्सचेंज में लिस्ट हो जाता है ते आपस में बाइंग सेलिंग चलती रहेगी इन्वेस्टर ट्रेडर्स दी ते इन्वेस्टर्स दी, मेरे को पैसा आ जाएगा। मेरा बिजनेस बढ़िया चलिया तो मेरा शेयर प्राइस बढ़ता जाएगा, मेरा बिजनेस नहीं बढ़िया चलिया तो शेयर प्राइस भी गिर सकता है। नीड फॉर स्टॉक मार्केट की गल करिए, स्टॉक मार्केट सानू हेल्प करती है डाइवर्सिफिकेशन में, यानी ਅਸੀਂ अलग-अलग सेक्टर ਵਿੱਚ पैसा लगा सकते हैं, ਅਸੀਂ स्टॉक मार्केट के थ्रू काफी डाइवर्सिफाई कर सकते हैं ਤੇ डाइवर्सिफिकेशन ਵਿੱਚ हेल्प करता है। स्टॉक मार्केट के थ्रू वेल्थ क्रिएशन ਅਸੀਂ कर सकते हैं, क्योंकि ਜਿਹੜਾ ਸਭ ਤੋਂ ਜ਼ਿਆਦਾ ਪੈਸਾ ਬਣਦਾ ਹੈ ਹੁਣ म्यूचुअल फंड ਦੇ थ्रू ਲੋਕੀ ਕਹਿੰਦੇ ਆ ਨਾ SIP ਕੀਤੀ ਤੇ ਇੰਨਾ ਪੈਸਾ ਬਣਿਆ, ਹੁਣ SIP ਦਾ ਪੈਸਾ ਜ਼ਿਆਦਾਤਰ ਇਕੁਇਟੀ म्यूचुअल फंड ਵਿੱਚ ਜਾਂਦਾ ਹੈ। ਇਕੁਇਟੀ म्यूचुअल फंड ਦਾ मतलब शेयर मार्केट ਵਿੱਚ ਪੈਸਾ ਲੱਗ ਰਿਹਾ ਹੈ ਤੇ स्टॉक मार्केट ਸਾਡੇ ਲਈ ਕੰਮ ਕਰਦੀ ਹੈ ਐਜ਼ ਅ ਵੈਲਥ ਕ੍ਰੀਏਟਰ। ਲੰਬੇ ਸਮੇਂ 'ਚ स्टॉक मार्केट ਸਾਨੂੰ ਵੈਲਥ ਕ੍ਰੀਏਸ਼ਨ ਵਿੱਚ ਹੈਲਪ ਕਰਦੀ ਹੈ, ਸਾਡਾ ਪੈਸਾ 3 ਗੁਣਾ 4 ਗੁਣਾ 5 ਗੁਣਾ ਕਰਦੀ ਹੈ, ਇਹ ਹੈਲਪ ਕਰਦੀ ਹੈ स्टॉक मार्केट। ਉਸ ਤੋਂ ਬਾਅਦ ਸਾਨੂੰ ਪੈਸੇ ਦੀ ਕੰਪਨੀ ਦਾ ਬਿਜ਼ਨਸ ਵਧਾਉਣਾ ਹੈ, ਕੰਪਨੀ ਨੂੰ ਅੱਗੇ ਵਧਣਾ ਹੈ ਤੇ ਉਹ ਫੰਡ ਰੇਜ਼ ਕਰਦੀ ਹੈ, ਇਸ ਲਈ स्टॉक मार्केट ਬਹੁਤ ਜ਼ਰੂਰੀ ਹੈ। ਅੱਗੇ ਵਧਦੇ ਹਾਂ ਸੈਸ਼ਨ ਦੇ ਤੇ ਆਪਾਂ ਗੱਲ ਕਰਦੇ ਹਾਂ म्यूचुअल फंड ਦੇ ਬਾਰੇ ਤੇ स्टॉक ਦੇ ਬਾਰੇ। ਇਹ ਧਿਆਨ ਨਾਲ ਸਮਝਣਾ। एक मिनट यार, जस्ट अ सेकंड। हाँ चलो हुण आपां गल कर रहे हैं म्यूचुअल फंड के बारे ते स्टॉक्स ते शेयर के बारे। पर सब तो पहला मैं स्टॉक्स ते शेयर के बारे दस देना। जब असी कोई शेयर्स बाय करते हैं या स्टॉक्स बाय करते हैं तद असी उस कंपनी की पार्ट ओनरशिप बाय करते हैं,
यानी मान लो तुसी मेरी कंपनी फाइनेंशियल अड्डा ते अगर 10 रुपए के हिसाब नाल एक शेयर भी खरीदिया या 100 शेयर भी खरीदे, ऐदा मतलब तुसी मेरी कंपनी दे कुछ परसेंट दे मालिक हैगे हो, तुसी मेरी कंपनी दे कुछ परसेंट दे शेयर होल्डर या ओनर हैगे हो। दोबारा समझ लो, जब असी कोई शेयर्स बाय करते हैं ते असी उस कंपनी विच पार्ट ओनरशिप लेंदे हैं, यानी उस कंपनी दे कुछ परसेंट हिस्सेदार बनते हैं। शेयर्स दा मतलब इसीलिए इसको इक्विटी मार्केट कहा जाता है। इक्विटी मतलब इक्वल हकदार है, असी कुछ परसेंट दे असी हकदार है। म्यूचुअल फंड का की काम है, म्यूचुअल फंड की करता है इन्वेस्टर सॉरी म्यूचुअल फंड का की काम है। म्यूचुअल फंड ਦੇ ਵਿੱਚ ਕੀ ਹੁੰਦਾ ਹੈ, ਅਲੱਗ-ਅਲੱਗ ਇਨਵੈਸਟਰ ਕੋਲੋਂ ਕੁਝ ਨਾ ਕੁਝ ਅਮਾਉਂਟ ਪੂਲ ਹੁੰਦਾ ਹੈ, ਯਾਨੀ ਇੱਕ म्यूचुअल फंड एक इन्वेस्टमेंट व्हीकल हैगी है ਜਿਹੜੀ ਕੀ ਕਰਦੀ ਹੈ, ਤੁਹਾਡੇ ਤੋਂ ਥੋੜਾ ਪੈਸਾ ਲੈ ਲਿਆ, ਤੁਹਾਡੇ ਤੋਂ ਥੋੜਾ ਪੈਸਾ ਲੈ ਲਿਆ, ਸਭ ਦੇ ਕੋਲ 10-10 रुपए लेके, मान लो मेरे को 100 रुपए इकट्ठा हो गए, ਹੁਣ ਇਹ 100 रुपए ਨੂੰ ਮੈਂ ਮਾਰਕੀਟ ਵਿੱਚ ਇਨਵੈਸਟ ਕਰਾਂਗਾ, ਸ਼ੇਅਰ ਮਾਰਕੀਟ ਵਿੱਚ ਇਨਵੈਸਟ ਕਰਾਂਗਾ, ਗੋਲਡ ਵਿੱਚ ਇਨਵੈਸਟ ਕਰਾਂਗਾ, ਰੀਅਲ ਏਸਟੇਟ ਵਿੱਚ ਇਨਵੈਸਟ ਕਰਾਂਗਾ, ਅਲੱਗ-ਅਲੱਗ ਜਗ੍ਹਾ ਇਨਵੈਸਟ ਕਰਾਂਗਾ ਤੇ ਉਧਰੋਂ ਜੋ ਰਿਟਰਨ ਆਏਗਾ ਉਹ ਤੁਹਾਨੂੰ ਪਾਸ ਆਊਟ ਕਰ ਦਾਂਗਾ। म्यूचुअल फंड ਦਾ ਕੀ ਕੰਮ ਹੁੰਦਾ ਹੈ, अलग-अलग ਇਨਵੈਸਟਰਸ ਕੋਲੋਂ ਫੰਡ ਰੇਜ਼ ਕਰਨਾ, ਉਸ ਤੋਂ ਬਾਅਦ ਤੁਹਾਡਾ ਪੈਸਾ ਅੱਗੇ ਇਨਵੈਸਟ ਕਰਨਾ ਤੇ ਉਸ ਤੋਂ ਬਾਅਦ ਉਧਰੋਂ ਜਿਹੜਾ ਰਿਟਰਨ ਆਏਗਾ ਤੁਹਾਨੂੰ ਪਾਸ ਆਊਟ ਕਰ ਦਿੰਦੇ ਆ। ਇਹ ਕੰਮ ਹੁੰਦਾ ਹੈ म्यूचुअल फंड ਦਾ। ਤੇ म्यूचुअल फंड ਅਸੀਂ ਕੀ ਕਹਿੰਦੇ ਆ, म्यूचुअल फंड ਨੂੰ ਇੱਕ ਇਨਵੈਸਟਮੈਂਟ ਵਹੀਕਲ ਹੈਗਾ ਜਿਹੜੀ ਅਲੱਗ-ਅਲੱਗ ਇਨਵੈਸਟਰ ਤੋਂ ਪੈਸਾ ਪੂਲ ਕਰਦਾ ਹੈ, ਯਾਨੀ ਇਕੱਠਾ ਕਰਦਾ ਹੈ, ਉਸ ਤੋਂ ਬਾਅਦ ਇਨਵੈਸਟ ਕਰਦਾ ਹੈ ਉਹਨਾਂ ਨੂੰ ਸਿਕਿਉਰਿਟੀਜ਼ ਵਿੱਚ, ਉਸ ਤੋਂ ਬਾਅਦ ਰਿਟਰਨਸ ਲੈ ਕੇ ਆਉਂਦਾ ਹੈ ਤੇ ਉਸ ਤੋਂ ਬਾਅਦ ਤੁਹਾਨੂੰ ਪਾਸ ਆਊਟ ਕਰ ਦਿੰਦਾ ਹੈ। ਇਸ ਪੂਰੇ ਪ੍ਰੋਸੈਸ 'ਚ म्यूचुअल फंड ਥੋੜਾ ਜਿਹਾ ਫੀਸ ਵੀ ਚਾਰਜ ਕਰਦਾ ਹੈ, ਉਸ ਨੂੰ ਅਸੀਂ ਐਕਸਪੈਂਸ ਰੇਸ਼ੀਓ ਕਹਿੰਦੇ ਆ। आई होप ਤੁਹਾਨੂੰ म्यूचुअल फंड ਤੇ ਸ਼ੇਅਰ ਵਿੱਚ ਕੀ ਡਿਫਰੈਂਸ ਹੁੰਦਾ ਹੈ ਸਮਝ ਆ ਗਿਆ ਹੋਵੇਗਾ। ਅਗਰ ਤੁਹਾਡੇ ਕੋਈ ਡਾਊਟਸ ਨੇ ਤੁਸੀਂ ਪੁੱਛ ਸਕਦੇ ਹੋ ਮੇਰੇ ਤੋਂ। ਡਾਊਟ ਪੁੱਛਣ 'ਚ ਕੋਈ ਸ਼ਰਮ ਨਾ ਕਰੋ, ਤੁਸੀਂ ਡਾਊਟ ਬੇਝਿਜਕ ਹੋ ਕੇ ਪੁੱਛੋ, ਜਿੰਨੇ ਡਾਊਟਸ ਹੈਗੇ ਨੇ ਉਹਨਾਂ ਪੁੱਛੋ। ਹੁਣ ਪੁਆਇੰਟ ਆਂਦਾ ਹੈ ਵੇਅਰ ਟੂ ਇਨਵੈਸਟ। ਦੇਖੋ ਵੇਅਰ ਟੂ ਇਨਵੈਸਟ ਵਿੱਚ ਕੁਐਸਚਨ ਆਂਦਾ ਹੈ, ਅਗਰ ਤੁਹਾਨੂੰ ਨੌਲੇਜ ਹੈਗੀ ਹੈ ਕਿ ਸ਼ੇਅਰ ਕਦ ਬਾਏ ਕਰਨਾ ਚਾਹੀਦਾ ਹੈ, ਕਿਵੇਂ ਬਾਏ ਕਰਨਾ ਚਾਹੀਦਾ ਹੈ, ਕਿੰਨਾ ਬਾਏ ਕਰਨਾ ਚਾਹੀਦਾ ਹੈ, ਕਿਹੜੀ ਕੰਪਨੀ ਬਾਏ ਕਰਨੀ ਚਾਹੀਦੀ ਹੈ, ਤਦ ਤੇ ਤੁਹਾਨੂੰ ਜਾਣਾ ਹੈ ਇਕੁਇਟੀ ਮਾਰਕੀਟ, ਸ਼ੇਅਰ ਮਾਰਕੀਟ, ਡਾਇਰੈਕਟ ਮਾਰਕੀਟ, डायरेक्ट स्टॉक्स पे। ਤੇ ਜਦ ਤੁਹਾਨੂੰ ਨੌਲੇਜ ਨਹੀਂ ਹੈਗੀ, ਹਲੇ ਤੁਹਾਨੂੰ ਪਤਾ ਯਾਰ ਮੈਨੂੰ ਟਾਈਮ ਵੀ ਨਹੀਂ ਹੈਗਾ, ਨਾਲ ਮੈਨੂੰ ਇੰਨਾ ਆਈਡੀਆ ਨਹੀਂ ਕਿਹੜੀ ਕੰਪਨੀ ਵਧੀਆ ਹੈਗੀ ਹੈ, ਕਦ ਉਹਨੂੰ ਬਾਏ ਕਰਨਾ ਹੈ, ਕਿਸ ਰੇਟ ਤੇ ਬਾਏ ਕਰਨਾ ਹੈ, ਤਾਂ ਤੁਹਾਨੂੰ ਇੱਕ ਵਧੀਆ ਜਿਹਾ ਮਿਊਚੁਅਲ ਫੰਡ ਲੈਣਾ ਹੈ ਤੇ ਆਪਣਾ ਪੈਸਾ ਉੱਥੇ ਦੇ ਦੇਣਾ ਹੈ ਆਪਣੇ ਰਿਸਕ ਦੇ ਅਕੋਰਡਿੰਗ, ਆਪਣਾ ਤੁਹਾਡੀ ਇਨਵੈਸਟਮੈਂਟ ਜਿੰਨਾ ਰਿਸਕ ਐਪੀਟਾਈਟ ਹੈ ਉਹਦੇ ਅਕੋਰਡਿੰਗ, ਤੇ ਆਪਣਾ ਪੈਸਾ ਮਿਊਚੁਅਲ ਫੰਡ ਕੰਪਨੀ ਨੂੰ ਦੇ ਦੇਣਾ ਹੈ ਆਪਣੇ ਗੋਲਸ ਦੇ ਅਕੋਰਡਿੰਗ। ਤੁਸੀਂ ਫੰਡ ਸਿਲੈਕਟ ਕਰ ਸਕਦੇ ਹੋ, ਆਪਣਾ ਪੈਸਾ ਉਹਨਾਂ ਨੂੰ ਦੇ ਕੇ ਤੁਸੀਂ ਮੈਨੇਜ ਕਰਵਾ ਸਕਦੇ ਹੋ, ਪ੍ਰੋਫੈਸ਼ਨਲੀ ਮੈਨੇਜ। प्रोफेशनली मैनेज मतलब उत्ते एक प्रोफेशनल फंड मैनेजर बैठा है जेड़ा ਤੁਹਾਡਾ फंड्स अच्छी तरह मैनेज कर रहा है। आई होप ਤੁਹਾਨੂੰ समझ आ गया होगा। डायरेक्ट स्टॉक्स ਤੇ ਤਦ ਜਾਣਾ ਹੈ ਜਦ ਤੁਹਾਨੂੰ ਖੁਦ ਆਂਦਾ ਹੋਵੇਗਾ, ਅਗਰ ਨਹੀਂ ਆਂਦਾ ਤਾਂ ਤੁਸੀਂ म्यूचुअल फंड ਦੇ ਥਰੂ ਆਪਣਾ ਪੈਸਾ ਇਨਵੈਸਟ ਕਰ ਸਕਦੇ ਹੋ ਸ਼ੇਅਰ ਮਾਰਕੀਟ ਦੇ ਅੰਦਰ। ਅੱਗੇ ਵਧਦੇ ਹਾਂ ਤੇ ਆਪਾਂ ਗੱਲ ਕਰਦੇ ਹਾਂ ਨੀਡ ਫॉर ਸਟਾਕ ਮਾਰਕੀਟ ਦੀ। ਤੁਹਾਨੂੰ ਮੈਂ ਦੱਸਿਆ ਡਾਈਵਰਸਿਫਿਕੇਸ਼ਨ ਵਿੱਚ ਹੈਲਪ ਕਰਦਾ ਹੈ, ਕੈਪੀਟਲ ਐਪਰੀਸੀਏਸ਼ਨ ਵਿੱਚ ਹੈਲਪ ਕਰਦਾ ਹੈ, मिनिमाइजेशन विच हेल्प करता है, हेल्प्स इन बेटर एलोकेशन ऑफ कैपिटल, ਤੁਹਾਡਾ ਪੈਸਾ ਅਲੱਗ-ਅਲੱਗ ਜਗ੍ਹਾ ਇਨਵੈਸਟ ਹੋ ਜਾਂਦਾ ਹੈ। ਇੱਕ ਪੈਸਿਵ ਇਨਕਮ ਸਾਡੀ ਕ੍ਰੀਏਟ ਹੁੰਦੀ ਹੈ ਸਟਾਕ ਮਾਰਕੀਟ ਦੇ ਥਰੂ। ਹੁਣ ਚੱਲਦੇ ਹਾਂ ਕੁਐਸਚਨ ਐਂਡ ਆਨਸਰ ਸੈਸ਼ਨ ਵਿੱਚ। ਕੁਐਸਚਨ ਐਂਡ ਆਨਸਰ ਸੈਸ਼ਨ ਤੋਂ ਪਹਿਲਾਂ ਮੈਂ ਤੁਹਾਨੂੰ ਕੁਝ ਚੀਜ਼ਾਂ ਦੱਸਣਾ ਚਾਹੁੰਦਾ। ਇੱਕ ਕੰਪਨੀ ਖਰੀਦਣ ਤੋਂ ਪਹਿਲਾਂ ਤੁਹਾਨੂੰ ਕੀ ਚੈੱਕ ਕਰਨਾ ਚਾਹੀਦਾ ਹੈ, ਇਹਦੇ ਬਾਰੇ ਆਪਾਂ ਥੋੜਾ ਜਿਹਾ ਡਿਸਕਸ ਕਰ ਲੈਂਦੇ ਆ। ਇਹ ਥੋੜਾ ਡਿਟੇਲ ਵਿੱਚ ਹੈਗਾ, ਧਿਆਨ ਨਾਲ ਸਮਝਣਾ। जब भी तुसी कोई शेयर बाय करोगे ना, सब तो पहला तुसी ए चेक करना है व्हाट डज द कंपनी डू, यानी कंपनी करती की है, कंपनी दा बिजनेस मॉडल की है। मैं जिथे भी पैसा लगाना, मैं पहला सब तो पहला कंपनी दे बारे चेक करदा कि एक्चुअल च कंपनी काम की कर रही है। मैनू पता तो होना चाहिए ना मेरा पैसा किथे इन्वेस्ट हो रहा है, मेरा पैसा जिथे इन्वेस्ट हो रहा है वो कंपनी करती की है, उदा बिजनेस मॉडल की है, उदा फ्यूचर प्लान की है। ये सारी चीजें ਤੁਹਾਨੂੰ पता करनी होगी। ते who runs the company, दूसरा क्वेश्चन आता है who runs the company, यानी उते प्रमोटर कौन है, कंपनी दा मालिक कौन हैगा। मान लो तुसी मेरी कंपनी च इन्वेस्ट कर रहे हो, ਤੁਹਾਨੂੰ पता होना चाहिए जेड़ा मालिक जसकीरत हैगा ਇਹ मालिक कौन हैगा, ਇਹਦਾ ਬੈਕਗ੍ਰਾਉਂਡ ਕੀ ਹੈਗਾ, ਇਹਨੇ ਕੀ ਸਟੱਡੀ ਕੀਤੀ ਹੈ, ਇਹਦੇ ਬਾਰੇ ਪਤਾ ਕਰਨਾ ਪੈਂਦਾ ਹੈ ਜਿਹਦੇ ਨਾਲ ਇੱਕ ਵਧੀਆ ਸਟਾਕ ਜਾਂ ਵਧੀਆ ਕੰਪਨੀ ਵਿੱਚ ਤੁਸੀਂ ਨਿਵੇਸ਼ ਕਰ ਪਾਓ। ਤੀਜਾ क्वेश्चन आता है is the company profitable, जिस कंपनी में तुसी पैसा इन्वेस्ट कर रहे हो कि वो कंपनी प्रॉफिटेबल है की है। वो प्रॉफिटेबल दा मतलब हैगा कि कंपनी प्रॉफिट कर रही है या लॉस कर रही है, ए ਤੁਹਾਨੂੰ चेक करना होगा। अच्छा ए चेक किथे होएगा मैं ਤੁਹਾਨੂੰ दस देना। आई होप अगर ਤੁਹਾਨੂੰ ਇਹ शो हो रहा होएगा, ਤੁਹਾਨੂੰ वेबसाइट सर्च करनी है screener.in, मैं लाइव करके दिखा रहा ते ਇੱਥੇ नाम लिखना है किसी भी कंपनी ਦਾ। मैं लिख रहा ITC लिमिटेड,
ਜਿਵੇਂ ਮੈਂ ITC ਸਰਚ ਕੀਤਾ, ਸਭ ਤੋਂ ਪਹਿਲਾਂ ਕੰਪਨੀ ਦੇ ਬਾਰੇ ਤੁਹਾਨੂੰ ਇਸ ਵਾਲੇ ਸੈਕਸ਼ਨ 'ਚ ਇਨਫੋਰਮੇਸ਼ਨ ਮਿਲ ਜਾਏਗੀ। ਕੰਪਨੀ ਕੀ ਕਰਦੀ ਹੈ, ਕੰਪਨੀ ਕਿਹੜਾ ਬਿਜ਼ਨਸ ਕਰਦੀ ਹੈ, FMCG ਸਿਗਰਟ ਵਿੱਚ ਕੰਮ ਕਰਦੀ ਹੈ, FMCG ਵਿੱਚ ਕੰਮ ਕਰਦੀ ਹੈ, ਪੇਪਰ ਪੈਕੇजिंग, पेपर बोर्ड, ਹੋਟਲਸ, ਇਹ ਸਾਰੇ ਸੈਗਮੈਂਟ ਵਿੱਚ ITC ਕੰਮ ਕਰਦੀ ਹੈ। ਉਹ ਸਾਰੀ ਇਨਫੋਰਮੇਸ਼ਨ ਤੁਹਾਨੂੰ ਮਿਲ ਗਈ। ਤੇ ਪਹਿਲਾ ਕੁਐਸਚਨ ਜਿਹੜਾ ਸੀ ਉਹ ਸੀ ਸਾਡਾ what does the company do, ਇੱਥੇ ਸਾਨੂੰ ਇਨਫੋਰਮੇਸ਼ਨ ਮਿਲ ਗਈ। ਉਸ ਤੋਂ ਬਾਅਦ who runs the company, ਇਹ ਤੁਹਾਨੂੰ ਗੂਗਲ ਸਰਚ ਕਰੋਗੇ ਤੇ ਮਿਲ ਜਾਏਗਾ। ਤੀਜਾ ਕੁਐਸਚਨ ਆਂਦਾ is the company profitable, ਤੁਹਾਨੂੰ ਜਾਣਾ ਹੈ ਪ੍ਰੋਫਿਟ ਐਂਡ ਲਾਸ ਸਟੇਟਮੈਂਟ ਤੇ। ਪ੍ਰੋਫਿਟ ਐਂਡ ਲਾਸ ਤੇ ਤੁਹਾਨੂੰ ਇਹ ਵਾਲਾ ਸੈਕਸ਼ਨ ਹੈਗਾ ਨਾ नेट प्रॉफिट, ਇੱਥੇ ਜਾ ਕੇ ਤੁਸੀਂ ਚੈੱਕ ਕਰੋਗੇ ਕਿ ਕੰਪਨੀ ਪ੍ਰੋਫਿਟੇਬਲ ਹੈਗੀ ਹੈ ਲਾਸ। ਅਗਰ ਇੱਥੇ ਮਾਈਨਸ ਹੋਏਗਾ ਇਹਦਾ ਮਤਲਬ ਕੰਪਨੀ ਲਾਸ ਕਰ ਰਹੀ ਹੈ, ਅਗਰ ਇੱਥੇ ਪੋਜ਼ਿਟਿਵ ਹੈਗਾ ਕੋਈ ਵੀ ਸਾਈਨ ਨਹੀਂ ਹੈਗਾ ਇਹਦਾ ਮਤਲਬ ਕੰਪਨੀ ਪ੍ਰੋਫਿਟ ਕਰ ਰਹੀ ਹੈ। ਮਾਰਚ 2021 ਦੀ ਗੱਲ ਕਰੀਏ ਤੇ ਸਾਡੀ ਜਿਹੜੀ ITC ਲਿਮਿਟਿਡ ਕੰਪਨੀ ਹੈ ਉਹਨੇ 13,383 ਕਰੋੜ ਦਾ ਪ੍ਰੋਫਿਟ ਕੀਤਾ ਸੀ। ਇਹਦਾ ਮਤਲਬ ITC ਲਿਮਿਟਿਡ ਸਾਡੀ ਪ੍ਰੋਫਿਟੇਬਲ ਕੰਪਨੀ ਹੈ। ਚੌਥਾ ਕੁਐਸਚਨ ਸਾਡਾ ਆ ਜਾਂਦਾ ਡਸ ਦ ਕੰਪਨੀ ਹੈਵ ਅ ਸਸਟੇਨੇਬਲ ਕੰਪੀਟੀਟਿਵ ਐਡਵਾਂਟੇਜ, ਇਹ ਚੈੱਕ ਕਰਨਾ ਤੁਹਾਨੂੰ ਗੂਗਲ ਤੇ ਪਏਗਾ ਜਾਂ ਤੁਸੀਂ ਪੀਅਰ ਕੰਪੈਰੀਜ਼ਨ ਚੈੱਕ ਕਰ ਸਕਦੇ ਹੋ। ਕੁਐਸਚਨ ਕੀ ਹੈ, ਕੁਐਸਚਨ ਇਹ ਹੈ ਕਿ ਜਿਹੜੀ ਕੰਪਨੀ ਵਿੱਚ ਤੁਸੀਂ ਇਨਵੈਸਟ ਕਰ ਰਹੇ ਹੋ ਉਹ ਕੰਪਨੀ ਬਾਕੀ ਸੇਮ ਜਿਹੜੀ ਕੰਪਨੀ ਹੈਗੀ ਜਿਵੇਂ ITC FMCG ਵਿੱਚ ਹੈਗੀ ਹੈ, ਉਂਝ ਬ੍ਰਿਟਾਨੀਆ ਵੀ ਹੈਗੀ, ਉਂਝ HUL ਵੀ ਹੈਗੀ, ਤੇ ਕੀ ਮੇਰੀ ITC ਜਿਹੜੀ ਕੰਪਨੀ ਵਿੱਚ ਮੈਂ ਨਿਵੇਸ਼ ਕਰ ਰਿਹਾ ਉਹ ਉਹਨਾਂ ਦੋਨਾਂ ਕੰਪਨੀ ਤੋਂ ਕੁਝ ਅਲੱਗ ਕਰਦੀ ਪਈ ਹੈ? ਜਦ ਕੋਈ ਕੰਪਨੀ ਕੁਝ ਅਲੱਗ ਕਰੇਗੀ ਜਾਂ ਜਿਹਦੇ ਕੋਲ ਕੋਈ ਅਲੱਗ ਐਡਵਾਂਟੇਜ ਹੋਏਗੀ ਨਾ वो स्टॉक फिर बढ़ता है। ठीक है, उसके बाद क्वेश्चन आ जाता है हाउ वाज द पास्ट परफॉर्मेंस ऑफ द कंपनी। सॉरी, ਤੁਹਾਨੂੰ ਇਹ ਚੈੱਕ ਕਰਨਾ ਹੈਗਾ ਕਿ ਕੰਪਨੀ ਦੀ ਪਾਸਟ ਪਰਫਾਰਮੈਂਸ ਕਿਦਾਂ ਦੀ। ਪਾਸਟ ਪਰਫਾਰਮੈਂਸ ਦਾ ਕੀ ਮਤਲਬ ਹੈ? ਪਾਸਟ ਪਰਫਾਰਮੈਂਸ ਦਾ ਮਤਲਬ ਹੈ ਪਿਛਲੇ ਕੁਝ ਸਾਲਾਂ ਵਿੱਚ ਕੰਪਨੀ ਨੇ ਪ੍ਰੋਫਿਟ ਕੀਤਾ ਜਾਂ ਜੋ ਲਾਸ ਕੀਤਾ। ਇਹ ਚੈੱਕ ਕਰਨਾ ਵੀ ਤੁਹਾਨੂੰ ਕਿੱਥੇ ਹੈ, screener.in ਤੁਹਾਨੂੰ ਜਾਣਾ ਹੈ। प्रॉफिट एंड लॉस सेक्शन च नेट प्रॉफिट या सेल्स, सब तो पहला सेल्स देखो कि 2011 तो सेल्स बढ़ रही है या घट हो रही है। अगर ध्यान नाल देखो तो 2011 ਵਿੱਚ 22000 ਕਰੋੜ ਸੀ, 2021 ਵਿੱਚ ਇਹਦੀ ਸੇਲਸ ਪਹੁੰਚ ਗਈ 50000 ਕਰੋੜ ਤੇ 2022 ਵਿੱਚ 60000 ਕਰੋੜ। ਇਹਦਾ ਮਤਲਬ ਸੇਲ ਵੱਧ ਰਹੀ ਹੈ, ਹਰ ਸਾਲ ਬਿਜ਼ਨਸ ਗਰੋ ਹੋ ਰਿਹਾ ਹੈ। ਪਾਸਟ ਪਰਫਾਰਮੈਂਸ ਦੇ ਅਕੋਰਡਿੰਗ ਪੁਰਾਣੀ ਪਰਫਾਰਮੈਂਸ ਬਹੁਤ ਜ਼ਿਆਦਾ ਗਰੋ ਹੁੰਦੀ ਪਈ ਹੈ। ਜੀ ਅਗਰ ਆਪਾਂ ਨੈਟ ਪ੍ਰੋਫਿਟ ਦੀ ਗੱਲ ਕਰੀਏ ਤੇ ਨੈਟ ਪ੍ਰੋਫਿਟ 2011 ਵਿੱਚ 5000 ਕਰੋੜ ਦਾ ਸੀ, ਅੱਜ 2022 ਚ 15000 ਕਰੋੜ ਦਾ ਹੋ ਗਿਆ, यानी 10000 ਕਰੋੜ ਦਾ ਫਾਇਦਾ ਇੱਥੇ ITC ਨੂੰ ਹੋ ਰਿਹਾ ਤੇ ਅੱਛੀ ਗਰੋਥ ਇੱਥੇ ਨਜ਼ਰ ਆ ਰਹੀ ਹੈ ITC ਦੀ। ਤੇ ਇਹ ਚੀਜ਼ ਤੁਹਾਨੂੰ ਚੈੱਕ ਕਰਨੀ ਹੋਵੇਗੀ ਤੇ ਇਹ ਸਾਰੀ ਚੀਜ਼ਾਂ ਤੁਹਾਨੂੰ screener.in ਵੈਬਸਾਈਟ ਤੇ ਮਿਲ ਜਾਵੇਗੀ। ਉਸ ਤੋਂ ਬਾਅਦ ਤੁਹਾਨੂੰ ਚੈੱਕ ਕਰਨਾ ਹੈ ਹਾਊ ਸਟਰੋਂਗ ਕੰਪਨੀ ਬੈਲੈਂਸ ਸ਼ੀਟ ਇਜ਼, यानी ਕੰਪਨੀ ਦੀ ਜਿਹੜੀ ਬੈਲੈਂਸ ਸ਼ੀਟ ਹੈਗੀ ਹੈ ਉਹ ਸਟਰੋਂਗ ਹੈਗੀ ਹੈ ਨਹੀਂ ਹੈਗੀ। ਸਟਰੋਂਗ ਚੈੱਕ ਕਰਨ ਲਈ ਇੱਥੇ ਜਾਓਗੇ screener.in ਬੈਲੈਂਸ ਸ਼ੀਟ ਸੈਕਸ਼ਨ ਤੇ ਜਾਣਾ, ਇੱਥੇ ਤੁਸੀਂ ਰਿਜ਼ਰਵਸ ਚੈੱਕ ਕਰੋ ਕੰਪਨੀ ਦੇ ਕੋਲ ਰਿਜ਼ਰਵਸ ਕਿੰਨਾ ਹੈ। ਤੁਸੀਂ ITC ਦਾ ਰਿਜ਼ਰਵ ਦੇਖੋ 64000 ਕਰੋੜ ਦਾ ਰਿਜ਼ਰਵ ਹੈ। 64000 ਕਰੋੜ ਰੁਪਇਆ ਇਹਦੇ ਕੋਲ ਪਿਆ ਹੋਇਆ 64000 ਕਰੋੜ ਰੁਪਏ ਇਹਦੇ ਕੋਲ ਕੈਸ਼ ਜਾਂ ਰਿਜ਼ਰਵਸ ਹੈਗਾ ਜਿਹਦੇ ਨਾਲ ਜਦ ਵੀ ਇਹਨੂੰ ਜ਼ਰੂਰਤ ਹੋਏ ਆਪਣੇ ਬਿਜ਼ਨਸ ਨੂੰ ਐਕਸਪੈਂਡ ਕਰਨ ਦੀ ਇਹ ਕਰ ਸਕਦੀ ਹੈ। ITC ਹਰ ਸਾਲ ਪਲਾਨ ਕਰ ਰਹੀ ਹੈ 3000 ਕਰੋੜ ਦਾ ਨਿਵੇਸ਼ ਕਰਨ ਦਾ, ਤੇ ਇੰਨਾ ਪੈਸਾ ਉਹਨਾਂ ਦੇ ਕੋਲ ਹੈਗਾ ਤਦੀ ਤੇ ਕਰ ਰਹੀ ਹੈ, ਨਹੀਂ ਤੇ ਉਹਨਾਂ ਨੂੰ ਤਾਂ ਫਿਰ ਫੰਡ ਰੇਜ਼ ਕਰਨੇ ਪੈਂਦੇ। ਠੀਕ ਹੈ, ਆਈ ਹੋਪ ਤੁਹਾਨੂੰ ਸਮਝ ਆ ਰਿਹਾ ਹੋਵੇਗਾ। ਬੋਰਿੰਗਸ ਦੀ ਗੱਲ ਕਰੀਏ ਯਾਨੀ ਕੰਪਨੀ ਦੇ ਉੱਤੇ ਕਰਜ਼ਾ ਕਿੰਨਾ ਹੈਗਾ, ਇੱਥੇ ਇੱਕ ਕੁਐਸਚਨ ਵੀ ਆਉਂਦਾ ਹੈ। ਦੇਖੋ ਤੁਹਾਨੂੰ ਇੱਥੇ ਨਜ਼ਰ ਆਏਗਾ ਹਾਊ ਮਚ ਦ ਡੈਟ ਕੰਪਨੀ ਹੈ, ਯਾਨੀ ਕੰਪਨੀ ਦੇ ਉੱਤੇ ਕਰਜ਼ਾ ਕਿੰਨਾ ਹੈਗਾ। ਕਰਜ਼ਾ ਸਮਝਦੇ ਹੋ ਨਾ, ਕਰਜ਼ਾ ਕਿੰਨਾ ਹੈਗਾ ਕੰਪਨੀ ਦੇ ਉੱਤੇ। ਇਹ ਬੋਰਿੰਗ ਸੈਕਸ਼ਨ ਤੇ ਜਾਣਾ ਹੈ ਤੇ ਦੇਖੋ ਕੰਪਨੀ ਦੇ ਉੱਤੇ ਕਰਜ਼ਾ ਸਿਰਫ 250 ਕਰੋੜ ਦਾ ਹੈ, ਜਿੱਥੇ 64000 ਕਰੋੜ ਦਾ ਰਿਜ਼ਰਵ ਹੈਗਾ, 250 ਕਰੋੜ ਦਾ ਕਰਜ਼ਾ ਹੈਗਾ। ਇਹਦਾ ਮਤਲਬ ਕਰਜ਼ਾ ਨਾ ਦੇ ਬਰਾਬਰ ਹੈਗਾ, ਨੈਗਲੀਜੀਬਲ ਡੈਟ ਹੈਗਾ ਹੈ। ਠੀਕ ਹੈ, ਤੇ ਇਹ ਵੀ ਤੁਸੀਂ ਚੈੱਕ ਕਰ ਸਕਦੇ ਹੋ। ਤੁਹਾਨੂੰ ਇਹ ਵੀ ਦੇਖਣਾ ਜਿਹੜੀ ਕੰਪਨੀ ਵਿੱਚ ਤੁਸੀਂ ਨਿਵੇਸ਼ ਕਰ ਰਹੇ ਹੋ ਉਹਦੀ ਮੈਨੇਜਮੈਂਟ ਕੋਈ ਫਰਾਡ ਵਿੱਚ ਤੇ ਇਨਵੋਲਵ ਨਹੀਂ। ਅਗਰ ਮੈਨੇਜਮੈਂਟ ਫਰਾਡ ਵਿੱਚ ਇਨਵੋਲਵ ਹੈਗੀ ਹੈ ਇਹਦਾ ਮਤਲਬ ਉਸ ਕੰਪਨੀ ਵਿੱਚ ਤੁਸੀਂ ਨਿਵੇਸ਼ ਨਹੀਂ ਕਰਨਾ ਜਾਂ ਉਹ ਕੰਪਨੀ ਠੀਕ ਨਹੀਂ ਹੈਗੀ। ਤੇ ਇਹਦੇ ਜਿਹੜੇ ਕੰਪੀਟੀਟਰਸ ਹੈਗੇ ਨੇ ਉਹਦੇ ਨਾਲ ਵੀ ਤੁਸੀਂ ਐਨਾਲਿਸਿਸ ਕਰੋ, ਇਹ ਵੀ ਤੁਹਾਨੂੰ ਇੱਥੇ ਮਿਲ ਜਾਏਗਾ। ਦੇਖੋ ਤੁਹਾਡੇ ਸਾਹਮਣੇ ਸਕਰੀਨਰ ਤੇ ਪੀਅਰ ਸੈਕਸ਼ਨ ਹੈਗਾ, ਤੁਸੀਂ ITC ਕੰਪਨੀ ਨੂੰ ਉਹਦੇ ਕੰਪੀਟੀਟਰਸ ਨਾਲ ਵੀ ਕੰਪੈਰੀਜ਼ਨ ਕਰ ਸਕਦੇ ਹੋ। ਉਸ ਤੋਂ ਬਾਅਦ ਇਹ ਸਾਰੀ ਚੀਜ਼ਾਂ ਤੁਸੀਂ ਕਰੋ ਤੇ ਹੁਣ ਆਪਾਂ ਸਟਾਰਟ ਕਰ ਰਹੇ ਹਾਂ Q&A ਸੈਸ਼ਨ ਤੇ ਪ੍ਰੋਪਰ Q&A ਸੈਸ਼ਨ ਹੈ ਅੱਜ ਦੀ ਮਾਸਟਰ ਕਲਾਸ ਦਾ। ਆਈ ਹੋਪ ਤੁਹਾਨੂੰ ਮਾਸਟਰ ਕਲਾਸ ਪਸੰਦ ਆਈ ਹੋਵੇਗੀ। ਇੱਕ ਵਾਰ ਮੈਨੂੰ ਚੈਟ ਬਾਕਸ ਤੇ ਦੱਸੋ ਤੁਹਾਨੂੰ ਅੱਜ ਦੀ ਮਾਸਟਰ ਕਲਾਸ ਕਿਵੇਂ ਦੀ ਲੱਗੀ ਤੇ ਕੀ ਤੁਹਾਨੂੰ ਕੁਝ ਨਵਾਂ ਸਿੱਖਣ ਨੂੰ ਅੱਜ ਮਿਲਿਆ। ਇੱਕ ਵਾਰ ਚੈਟ ਬਾਕਸ ਤੇ ਲਿਖੋ, ਮੈਨੂੰ ਇਹ ਤੇ ਦੱਸੋ ਕਿ ਤੁਹਾਨੂੰ ਮਾਸਟਰ ਕਲਾਸ ਜਿਹੜਾ ਮੈਂ ਅੱਜ ਪੜਾਇਆ ਤੁਹਾਨੂੰ ਸਮਝ ਆਇਆ। ਅਗਰ ਆਇਆ ਤੇ ਯੈਸ ਲਿਖ ਦਿਓ, ਜਿਹਦੇ ਨਾਲ ਮੈਨੂੰ ਪਤਾ ਚੱਲ ਜਾਏ ਕਿ ਤੁਹਾਨੂੰ ਮੇਰਾ ਸਿਖਾਇਆ ਸਮਝ ਆ ਗਿਆ ਹੈ। ਤੇ ਅਗਰ ਤੁਹਾਡੇ ਕੋਈ ਡਾਊਟਸ ਨੇ ਤੁਸੀਂ ਪੁੱਛ ਸਕਦੇ ਹੋ। थैंक यू संदीप जी, थैंक यू लखविंदर जी, थैंक यू केएस जी, थैंक यू मनदीप जी, थैंक यू दलवीर जी, थैंक यू विक्रमजीत जी।
ਵੀਰ ਜੀ ਜਿਨ੍ਹਾਂ ਦਾ ਕੁਐਸਚਨ ਹੈਗਾ ਨਾ ਹਾਊ ਟੂ ਮੈਨੇਜ ਰਿਸਕ ਐਂਡ ਟ੍ਰੇਡਿੰਗ ਸਾਈਕੋਲੋਜੀ, ਇਹਦੇ ਉੱਤੇ ਪ੍ਰੋਪਰ ਇੱਕ ਸੈਸ਼ਨ ਕਰਾਂਗਾ ਕਿਉਂਕਿ ਇਹ ਟਾਈਮ ਟੇਕਿੰਗ ਸੈਸ਼ਨ ਹੈਗਾ, ਪ੍ਰੋਪਰ ਸੈਸ਼ਨ ਹੈਗਾ। मैं प्रॉपर सैशन ਤੁਹਾਡੇ ਲਈ ਕਰਾਂਗਾ, ਸਭ ਦੇ ਲਈ ਕੋਸ਼ਿਸ਼ ਕਰਾਂਗਾ ਕਿ ਫ੍ਰੀ ਕਰਦਾ। ਅਗਰ ਫ੍ਰੀ ਨਹੀਂ ਵੀ ਹੋਇਆ ਤੇ ਬਹੁਤ ਹੀ ਮਿਨੀਮਮ ਅਮਾਉਂਟ ਵਿੱਚ ਕਰਾਂਗੇ ਸੋ ਦੈਟ ਦੇਖੋ ਹਰ ਚੀਜ਼ ਫ੍ਰੀ ਦੇ ਦਾਂਗਾ ਨਾ ਤੇ ਲੋਕੀ ਆਂਦੇ ਨਹੀਂ, ਐਸਾ ਹੀ ਕੁਝ ਅਮਾਉਂਟ ਰੱਖਾਂਗਾ ਜਿਹਦੇ ਨਾਲ ਤੁਹਾਨੂੰ ਵਧੀਆ ਸਿਖਾਵਾਂਗੇ ਤੇ ਜਲਦੀ ਉਹਦੇ ਉੱਤੇ ਸੈਸ਼ਨ ਕਰਾਂਗਾ। ਥੈਂਕ ਯੂ ਸੁਖਪ੍ਰੀਤ ਜੀ, ਥੈਂਕ ਯੂ ਜਗਸੀਰ ਸਿੰਘ ਜੀ, ਥੈਂਕ ਯੂ ਸਰਾਜ ਜੀ, ਥੈਂਕ ਯੂ ਸੋ ਮਚ। ਤੇ ਚਲੋ ਪ੍ਰੋਪਰ Q&A ਸੈਸ਼ਨ ਸਟਾਰਟ ਕਰਦੇ ਹਾਂ। ਹੁਣ ਤੁਸੀਂ Q&A ਸੈਸ਼ਨ ਸਟਾਰਟ ਕਰ ਰਹੇ ਹੋ, ਜਿਹੜੇ ਵੀ ਡਾਊਟਸ ਹੈਗੇ ਨੇ ਤੁਸੀਂ ਪੁੱਛੋ। ਸਭ ਤੋਂ ਪਹਿਲਾਂ ਆਈ ਹੋਪ ਕਮਲਦੀਪ ਜੀ ਤੁਸੀਂ ਅਗਰ ਆਨਲਾਈਨ ਹੈਗੇ ਹੋ ਤੇ ਮੈਨੂੰ ਦੱਸੋ, ਮੈਂ ਤੁਹਾਡਾ ਫਿਰ ਕੁਐਸਚਨ ਲੈਂਦਾ। ਸੁਖਪ੍ਰੀਤ ਜੀ ਤੁਹਾਡਾ ਵੀ ਇੱਕ ਕੁਐਸਚਨ ਹੈਗਾ। ਮਨਦੀਪ ਜੀ ਬਹੁਤ ਵਧੀਆ ਕੁਐਸਚਨ ਤੁਸੀਂ ਪੁੱਛਿਆ ਕਿ ਤੁਹਾਡਾ ਕੁਐਸਚਨ ਇਹ ਹੈਗਾ ਕਿ ਗਵਰਨਮੈਂਟ EMPLOYEES ਜਿਹੜੇ ਨੇ ਉਹ ਟ੍ਰੇਡਿੰਗ ਕਰ ਸਕਦੇ ਨੇ ਜਾਂ ਨਹੀਂ ਕਰ ਸਕਦੇ। ਦੇਖੋ ਜਿਹੜੀ ਟ੍ਰੇਡਿੰਗ ਹੁੰਦੀ ਹੈ ਨਾ, ਮੈਂ ਅਗਰ ਗੱਲ ਕਰਾਂ ਆਪਣੇ ਜਿਵੇਂ ਮੇਰਾ ਮੰਨ ਲਓ ਮੈਂ ਟ੍ਰੇਡਿੰਗ ਕਰਦਾ ਤੇ ਮੈਂ ਜੌਬ ਵੀ ਟ੍ਰੇਡਿੰਗ ਕੰਪਨੀ 'ਚ ਕਰਦਾ, ਤਦ ਉਹ ਲੋਕੀ ਟ੍ਰੇਡਿੰਗ ਕਰਨ ਤੋਂ ਸਾਨੂੰ ਮਨਾ ਕਰਦੇ ਨੇ। ਗਵਰਨਮੈਂਟ EMPLOYEE ਟ੍ਰੇਡਿੰਗ ਕਰ ਸਕਦਾ ਹੈ, ਬਟ ਟ੍ਰੇਡਿੰਗ ਅਗਰ ਤੁਸੀਂ ਗਵਰਨਮੈਂਟ ਜੌਬ ਜਿੱਥੇ ਜੌਬ ਕਰ ਰਹੇ ਹੋ ਉੱਥੇ ਅਗਰ ਕਰੋਗੇ, ਅਗਰ ਸਭ ਦੇ ਸਾਹਮਣੇ ਕਰੋਗੇ ਤੇ ਕਿਧਰੇ ਨਾ ਕਿਧਰੇ ਤੁਹਾਨੂੰ ਗਵਰਨਮੈਂਟ ਜਾਂ ਕੋਈ ਨਾ ਕੋਈ ਤੁਹਾਨੂੰ ਪਰੇਸ਼ਾਨ ਕਰੇਗਾ। ਤੁਸੀਂ ਇਹ ਕਰ ਸਕਦੇ ਹੋ ਮਨਦੀਪ ਜੀ, ਤੁਸੀਂ ਟ੍ਰੇਡਿੰਗ ਕਰਨਾ ਚਾਹੋ ਥੋੜਾ ਜਿਹਾ ਛੁਪ ਕੇ ਕਰ ਲਓ ਤੇ ਵਧੀਆ। ਵੈਸੇ ਮੇਰੇ ਹਿਸਾਬ ਨਾਲ ਗਵਰਨਮੈਂਟ ਤੁਹਾਨੂੰ ਮਨਾ ਨਹੀਂ ਕਰੇਗੀ ਟ੍ਰੇਡਿੰਗ ਕਰਨ ਲਈ, ਕਿਉਂਕਿ ਟ੍ਰੇਡਿੰਗ ਕਰਨਾ ਕੋਈ ਗਲਤ ਨਹੀਂ ਹੈਗਾ। ਤੁਸੀਂ ਆਪਣੇ ਪੈਸੇ ਨੂੰ ਟ੍ਰੇਡ ਕਰ ਰਹੇ ਹੋ ਜਾਂ ਇਨਵੈਸਟ ਕਰ ਰਹੇ ਹੋ ਤੇ ਆਈ ਥਿੰਕ ਉਹ ਮਨਾ ਨਹੀਂ ਕਰਨਗੇ, ਉਹ ਤੁਸੀਂ ਕਰ ਸਕਦੇ ਹੋ ਫ੍ਰੀਕੁਐਂਟ ਟ੍ਰੇਡਿੰਗ। ਪਰ ਹਾਂ ਜ਼ਿਆਦਾ ਕਿਸੇ ਨੂੰ ਦੱਸ ਕੇ ਨਾ ਹੀ ਕਰੋ ਤੇ ਵਧੀਆ ਹੈ। ਇਹ ਮੇਰਾ ਇੱਕ ਆਨਸਰ ਹੈਗਾ ਤੁਹਾਨੂੰ। ਲਵਪ੍ਰੀਤ ਜੀ ਮੈਂ ਕੋਸ਼ਿਸ਼ ਕਰਾਂਗਾ ਅਗਰ ਰਿਕਾਰਡਿੰਗ ਅਵੇਲੇਬਲ ਹੋਈ, ਵੈਸੇ ਮੈਂ ਰਿਕਾਰਡਿੰਗ ਕੀਤਾ ਹੈ ਸੈਸ਼ਨ, ਮੈਂ ਇਸ ਲਈ ਗਰੁੱਪ ਵਿੱਚ ਲਿਖਿਆ ਸੀ ਕਿ ਇਹ ਲਾਈਵ ਸੈਸ਼ਨ ਹੈਗਾ ਜਿਹਦੇ ਨਾਲ, ਕਿਉਂਕਿ ਰਿਕਾਰਡਿੰਗ ਅਗਰ ਮੈਂ ਪਹਿਲਾਂ ਹੀ ਕਹਿ ਦਿੰਦਾ ਇੰਨੇ ਲੋਕੀ ਲਾਈਵ ਨਹੀਂ ਆਉਂਦੇ, ਠੀਕ ਹੈ। ਬਟ ਤੁਹਾਨੂੰ ਮੈਂ ਦੇਖਾਂਗਾ ਰਿਕਾਰਡਿੰਗ ਦਾ ਲਿੰਕ ਜਿਹੜਾ ਸ਼ੇਅਰ ਕਰ ਦਾਂਗਾ। ਦਲਵੀਰ ਸਿੰਘ ਜੀ ਤੁਹਾਡਾ ਕੁਐਸਚਨ ਹੈਗਾ ਨਿਫਟੀ 50 ਅਤੇ ਸੈਂਸੈਕਸ ਕੰਪਨੀ ਕਿਉਂ ਚੇਂਜ ਹੁੰਦੀਆਂ ਨੇ ਤੇ ਟਾਈਮ ਪੀਰੀਅਡ ਕੀ ਹੈ ਜਦ ਚੇਂਜ ਹੋਏ। ਅੱਛਾ ਦੇਖੋ ਨਿਫਟੀ ਮੈਂ ਤੁਹਾਨੂੰ ਟਾਈਮ ਪੀਰੀਅਡ ਇੱਕ ਵਾਰ ਕਨਫਰਮ ਕਰ ਦਾਂਗਾ, ਬਟ ਨਿਫਟੀ 50 ਵਿੱਚ ਜਿਹੜੇ ਸ਼ੇਅਰਸ ਨੇ ਉਹ ਇਸ ਲਈ ਚੇਂਜ ਹੁੰਦੇ ਨੇ ਕਿਉਂਕਿ ਸ਼ੇਅਰਸ ਜਿਹੜੇ ਹੁੰਦੇ ਨੇ ਨਾ ਉਹ ਫ੍ਰੀ ਫਲੋਟ ਮਾਰਕੀਟ ਕੈਪੀਟਲਾਈਜੇਸ਼ਨ ਦੇ ਅਕੋਰਡਿੰਗ ਹੁੰਦੇ ਨੇ। ਹੁਣ ਮਾਰਕੀਟ ਕੈਪੀਟਲਾਈਜੇਸ਼ਨ ਤੇ ਫ੍ਰੀ ਫਲੋਟ ਮਾਰਕੀਟ ਕੈਪੀਟਲਾਈਜੇਸ਼ਨ ਕੀ ਹੁੰਦਾ ਹੈ? ਮਾਰਕੀਟ ਕੈਪੀਟਲਾਈਜੇਸ਼ਨ ਸਮਝੋ, ਮਾਰਕੀਟ ਕੈਪੀਟਲਾਈਜੇਸ਼ਨ ਦਾ ਮਤਲਬ ਹੈਗਾ ਕਿ ਇੱਕ ਕੰਪਨੀ ਦੇ ਜਿੰਨੇ ਵੀ ਸ਼ੇਅਰ ਆਊਟਸਟੈਂਡਿੰਗ ਹੈਗੇ ਨੇ, ਆਊਟਸਟੈਂਡਿੰਗ ਦਾ ਮਤਲਬ ਹੈਗਾ ਕਿ ਉਸ ਕੰਪਨੀ ਨੇ ਜਿੰਨੇ ਵੀ ਸ਼ੇਅਰ ਮਾਰਕੀਟ ਵਿੱਚ ਜਾਂ ਕਿਸੇ ਨੂੰ ਵੀ ਵੇਚੇ ਹੋਏ ਨੇ ਉਹਨੂੰ ਜਦ ਅਸੀਂ ਮਲਟੀਪਲਾਈ ਕਰਦੇ ਹਾਂ ਉਹਦੇ ਸ਼ੇਅਰ ਮਾਰਕੀਟ ਪ੍ਰਾਈਸ ਦੇ ਨਾਲ, ਤਦ ਨਿਕਲ ਕੇ ਆਉਂਦਾ ਸਾਨੂੰ ਮਾਰਕੀਟ ਕੈਪੀਟਲਾਈਜੇਸ਼ਨ। ਤੇ ਮਾਰਕੀਟ ਕੈਪੀਟਲਾਈਜੇਸ਼ਨ ਸਾਨੂੰ ਦੱਸਦਾ ਹੈ ਕਿ ਕੰਪਨੀ ਦੀ ਇੰਨੀ ਵੈਲਿਊ ਹੈਗੀ ਹੈ। ਜਿਵੇਂ ਮੰਨ ਲਓ ਰਿਲਾਇੰਸ ਇੰਡਸਟਰੀ ਦਾ ਮਾਰਕੀਟ ਕੈਪੀਟਲਾਈਜੇਸ਼ਨ ਹੈ 15 ਲੱਖ ਕਰੋੜ ਦਾ, ਇਹਦਾ ਮਤਲਬ ਰਿਲਾਇੰਸ ਇੰਡਸਟਰੀ ਦੀ ਵੈਲਿਊ ਹੈਗੀ ਹੈ 15 ਲੱਖ ਕਰੋੜ ਰੁਪਏ, ਠੀਕ ਹੈ। ਤੇ ਫ੍ਰੀ ਫਲੋਟ ਦਾ ਕੀ ਮਤਲਬ ਹੁੰਦਾ ਹੈ? ਫ੍ਰੀ ਫਲੋਟ ਦਾ ਕੈਲਕੂਲੇਟ ਕਰਨ ਟਾਈਮ ਜਦ ਫ੍ਰੀ ਫਲੋਟ ਮਾਰਕੀਟ ਕੈਪੀਟਲਾਈਜੇਸ਼ਨ ਕੈਲਕੂਲੇਟ ਕਰਦੇ ਆ ਤਦ ਜਿਹੜੇ ਸ਼ੇਅਰ ਪ੍ਰਮੋਟਰ ਦੇ ਕੋਲ ਹੁੰਦੇ ਨੇ, ਜਿਹੜੇ ਸ਼ੇਅਰ ਮਿਊਚੁਅਲ ਫੰਡ ਸੌਰੀ ਗਵਰਨਮੈਂਟ ਦੇ ਕੋਲ ਹੁੰਦੇ ਨੇ, ਜਿਹੜੇ ਟ੍ਰੇਡਿੰਗ ਲਈ ਅਵੇਲੇਬਲ ਨਹੀਂ ਹੁੰਦੇ ਉਹ ਸ਼ੇਅਰ ਨੂੰ ਅਸੀਂ ਐਕਸਕਲੂਡ ਕਰ ਦਿੰਦੇ ਆ, ਤੇ ਜਿਹੜੇ ਸ਼ੇਅਰ ਟ੍ਰੇਡਿੰਗ ਲਈ ਅਵੇਲੇਬਲ ਹੁੰਦੇ ਨੇ ਉਹਨਾਂ ਸ਼ੇਅਰ ਅਸੀਂ ਅਮਾਉਂਟ ਨੂੰ ਮਲਟੀਪਲਾਈ ਕਰਦੇ ਆ, ਜਿੰਨੇ ਸ਼ੇਅਰ ਅਵੇਲੇਬਲ ਹੁੰਦੇ ਨੇ ਟ੍ਰੇਡਿੰਗ ਲਈ ਉਹਦੇ ਨਾਲ ਮਲਟੀਪਲਾਈ ਕਰਦੇ ਆ ਸ਼ੇਅਰ ਮਾਰਕੀਟ ਪ੍ਰਾਈਸ ਨੂੰ, ਤੇ ਸਾਡੇ ਕੋਲ ਆ ਜਾਂਦਾ ਹੈ ਫ੍ਰੀ ਫਲੋਟ ਮਾਰਕੀਟ ਕੈਪੀਟਲਾਈਜੇਸ਼ਨ। ਤੇ ਜਿਹੜੀ ਸਾਡੀ ਸੈਂਸੈਕਸ ਤੇ ਨਿਫਟੀ ਦੇ ਸ਼ੇਅਰਸ ਹੁੰਦੇ ਨੇ ਨਾ ਉਹ ਫ੍ਰੀ ਫਲੋਟ ਮਾਰਕੀਟ ਕੈਪੀਟਲਾਈਜੇਸ਼ਨ ਦੇ ਬੇਸਿਸ ਤੇ ਕੈਲਕੂਲੇਟ ਹੁੰਦੇ ਆ। ਤੇ ਜਿਹੜਾ ਫ੍ਰੀ ਫਲੋਟ ਮਾਰਕੀਟ ਕੈਪੀਟਲਾਈਜੇਸ਼ਨ ਮੰਨ ਲਓ ਅੱਜ ਕਿਸੇ ਕੰਪਨੀ ਦਾ 50000 ਕਰੋੜ ਹੈ ਤੇ ਅਗਰ ਦੂਜੀ ਕੰਪਨੀ ਦਾ 52000 ਕਰੋੜ ਹੋ ਗਿਆ ਤੇ ਨਿਫਟੀ 50 ਦੇ ਅੰਦਰ ਚੇਂਜ ਆ ਜਾਏਗਾ, ਉਹ 50000 ਕਰੋੜ ਦੀ ਕੰਪਨੀ ਬਾਹਰ ਆ ਜਾਏਗੀ ਤੇ ਜਿਹੜੀ 52000 ਕਰੋੜ ਦੀ ਕੰਪਨੀ ਹੈ ਉਹ ਨਿਫਟੀ 50 ਜਾਂ ਸੈਂਸੈਕਸ ਦੇ ਅੰਦਰ ਐਂਟਰੀ ਮਾਰ ਜਾਵੇਗੀ। ਆਈ ਹੋਪ ਤੁਹਾਨੂੰ ਸਮਝ ਆ ਗਿਆ ਹੋਵੇਗਾ। ਆਪਸ਼ਨ ਟ੍ਰੇਡਿੰਗ ਜਾਂ ਫਿਊਚਰ ਐਂਡ ਆਪਸ਼ਨ ਜਿਹਨੂੰ ਕਹਿੰਦੇ ਆ ਉਹ ਡੈਰੀਵੇਟਿਵਸ ਹੁੰਦੇ ਨੇ ਤੇ ਇਹ ਸਾਡੀ ਸਟਾਕ ਮਾਰਕੀਟ ਦੇ ਅੰਦਰ ਹੀ ਆਉਂਦੇ ਨੇ। ਬਟ ਫਿਊਚਰ ਐਂਡ ਆਪਸ਼ਨ ਤਦ ਸਾਨੂੰ ਸਟਾਰਟ ਕਰਨਾ ਚਾਹੀਦਾ ਹੈ ਜਦ ਅਸੀਂ ਕੈਸ਼ ਮਾਰਕੀਟ, ਜਿਹੜੀ ਮੈਂ ਤੁਹਾਨੂੰ ਦੱਸਿਆ ਨਾ ਇਹ ਸ਼ੇਅਰ ਇਹ ਖਰੀਦਿਆ ਡਿਲੀਵਰੀ ਚ ਖਰੀਦਿਆ ਜਾਂ ਇੰਟਰਾਡੇ, ਜਦ ਅਸੀਂ 3 ਸਾਲ ਘੱਟ ਤੋਂ ਘੱਟ 3 ਸਾਲ ਮੈਂ ਕਹਾਂਗਾ ਸਾਨੂੰ 1.5 ਸਾਲ ਤੇ ਕੈਸ਼ ਮਾਰਕੀਟ ਚ ਕੰਮ ਕਰਨਾ ਚਾਹੀਦਾ। ਪਹਿਲਾਂ 1.5 ਸਾਲ ਤੇ ਸਾਨੂੰ ਸਟੱਡੀ ਕਰਨੀ ਚਾਹੀਦੀ ਹੈ, ਉਸ ਤੋਂ ਬਾਅਦ ਸਾਨੂੰ ਕੈਸ਼ ਮਾਰਕੀਟ ਚ ਕੰਮ ਕਰਨਾ ਚਾਹੀਦਾ ਹੈ। ਜਦ ਅਸੀਂ ਕੈਸ਼ ਮਾਰਕੀਟ ਚ ਪ੍ਰੋਫਿਟੇਬਲ ਬਣਾਂਗੇ ਤਦ ਸਾਨੂੰ ਆਣਾ ਚਾਹੀਦਾ ਹੈ ਇੰਟਰਾਡੇ ਵਿੱਚ, ਇੰਟਰਾਡੇ ਵਿੱਚ ਪ੍ਰੋਫਿਟੇਬਲ ਬਣਾਂਗੇ ਤਦ ਸਾਨੂੰ ਆਣਾ ਚਾਹੀਦਾ ਹੈ ਡੈਰੀਵੇਟਿਵ ਜਾਂ ਫਿਊਚਰ ਐਂਡ ਆਪਸ਼ਨ ਚ। ਸਟਾਰਟਿੰਗ ਚ ਕਦੇ ਵੀ ਫਿਊਚਰ ਐਂਡ ਆਪਸ਼ਨ ਚ ਟ੍ਰੇਡ ਨਹੀਂ ਕਰਨਾ ਕਿਉਂਕਿ ਬਲ ਦੀ ਅੱਗ ਹੈਗੀ ਹੈ, ਅਗਰ ਤੁਸੀਂ ਉਹਦੇ ਵਿੱਚ ਪੈਰ ਪਾਓਗੇ ਤੇ ਤੁਹਾਡਾ ਪੈਰ ਚਲੇਗਾ ਹੀ ਚਲੇਗਾ। ਆਈ ਹੋਪ ਤੁਹਾਨੂੰ ਸਮਝ ਆ ਗਿਆ ਹੋਵੇਗਾ।
ਹੁਣ ਕਿਹਦਾ ਕੁਐਸਚਨ ਹੈਗਾ? ਕਮਲਦੀਪ ਜੀ ਤੁਹਾਡਾ ਕੁਐਸਚਨ ਸੀ ਕਿ ਤੁਸੀਂ ਬਿਲਕੁਲ ਫਰੈਸ਼ਰ ਹੈਗੇ ਹੋ ਤੇ ਤੁਸੀਂ SIP ਸਟਾਰਟ ਕੀਤੀ ਹੋਈ ਹੈ ਤੇ 5K ਲਗਾਏ ਹੋਏ ਨੇ ਸ਼ੇਅਰਸ ਵਿੱਚ, ਜ਼ਿਆਦਾ ਨੌਲੇਜ ਨਹੀਂ ਹੈ, ਕੋਈ ਦਿੱਕਤ ਨਹੀਂ ਜੀ ਕਮਲਦੀਪ ਜੀ, ਤੁਸੀਂ ਸਾਡੇ ਸੈਸ਼ਨ ਜੁਆਇਨ ਕਰਦੇ ਰਹੋ, ਸਾਡੇ ਵਰਕਸ਼ਾਪ ਹੋਰ ਵੀ ਜਿਹੜੀ ਸਾਡੀ ਵਰਕਸ਼ਾਪ ਆਵੇਗੀ ਉਹ ਵੀ ਜਰੂਰ ਜੁਆਇਨ ਕਰਨਾ ਤੇ ਤੁਸੀਂ ਬਹੁਤ ਸਾਰੀ ਚੀਜ਼ਾਂ ਸਿੱਖੋਗੇ ਤੇ SIP ਕਰ ਰਹੇ ਹੋ ਬਹੁਤ ਵਧੀਆ ਹੈ। ਇੱਕ ਵਾਰ ਮੇਰੇ ਨਾਲ ਡਿਸਕਸ ਕਰ ਲੈਣਾ WhatsApp ਤੇ, ਮੈਂ ਤੁਹਾਨੂੰ ਦੇਖ ਲਾਂਗਾ ਕਿ ਤੁਹਾਡੀ SIP ਸਹੀ ਜਾ ਰਹੀ ਹੈ ਜਾਂ ਨਹੀਂ ਜਾ ਰਹੀ। ਸੁਖਪ੍ਰੀਤ ਸਿੰਘ ਜੀ ਤੁਹਾਡਾ ਕੁਐਸਚਨ ਹੈਗਾ ਕਿ ਬੈਲੈਂਸ ਸ਼ੀਟ ਕੀ ਹੁੰਦੀ ਹੈ? ਤੇ ਬੈਲੈਂਸ ਸ਼ੀਟ ਉਹ ਜਗ੍ਹਾ ਹੈਗੀ ਹੈ ਜਿਹੜੀ ਕੰਪਨੀ ਦੀ ਇੱਕ ਵੈਲਿਊ ਦੱਸਦੀ ਹੈ ਕਿ ਕੰਪਨੀ ਕੋਲ ਕਿੰਨਾ ਐਸੈਟ ਹੈਗਾ ਤੇ ਕਿੰਨੀ ਲਾਇਬਿਲਿਟੀਜ਼ ਹੈਗੀ ਹੈ। ਐਸੈਟ ਮਤਲਬ ਕੰਪਨੀ ਦੇ ਕੋਲ ਕਿੰਨੀ ਬਿਲਡਿੰਗਸ ਹੈਗੀ ਹੈ, ਕਿੰਨੀ ਕੀ ਕਹਿੰਦੇ ਨੇ ਗੱਡੀਆਂ ਹੈਗੀਆਂ, ਜਾਂ ਜੋ ਵੀ ਉਹਨਾਂ ਦਾ ਐਸੈਟ ਹੈਗਾ ਉਹਦੀ ਵੈਲਿਊ ਕੀ ਹੈ ਉਹ ਬੈਲੈਂਸ ਸ਼ੀਟ ਵਿੱਚ ਆਉਂਦਾ ਹੈ। ਤੇ ਲਾਇਬਿਲਿਟੀਜ਼ ਯਾਨੀ ਕੰਪਨੀ ਦੇ ਉੱਤੇ ਕਿੰਨਾ ਕਰਜ਼ਾ ਹੈਗਾ, ਕਿੰਨੀ ਕੰਪਨੀ ਦੀ ਦੇਣਦਾਰੀ ਹੈਗੀ ਹੈ, ਉਹ ਲਾਇਬਿਲਿਟੀ ਸੈਕਸ਼ਨ ਚ ਆਉਂਦਾ। ਤੇ ਬੈਲੈਂਸ ਸ਼ੀਟ ਸਾਨੂੰ ਦੱਸਦੀ ਹੈ ਕਿ ਕੰਪਨੀ ਕੋਲ ਕਿੰਨੇ ਐਸੈਟਸ ਹੈਗੇ ਨੇ, ਕਿੰਨਾ ਬੇਸਿਕਲੀ ਕੰਪਨੀ ਦੀ ਕਿੰਨੀ ਵੈਲਿਊ ਹੈਗੀ ਹੈ, ਐਸੈਟਸ ਦੀ ਜਿਹੜੀ ਜ਼ਮੀਨ ਹੈਗੀ ਹੈ ਉਹਦੀ ਕੀ ਵੈਲਿਊ ਹੈਗੀ ਹੈ। ਤੇ ਲਾਇਬਿਲਿਟੀ ਸੈਕਸ਼ਨ ਤੁਹਾਨੂੰ ਦੱਸਦਾ ਹੈ ਕੰਪਨੀ ਨੇ ਕਿੰਨਾ ਕਰਜ਼ਾ ਦੇਣਾ ਹੈ ਮਾਰਕੀਟ ਦਾ, ਉਹ ਲਾਇਬਿਲਿਟੀ ਸੈਕਸ਼ਨ ਵਿੱਚ ਆਉਂਦਾ ਹੈ। ਦਲਵੀਰ ਸਿੰਘ ਜੀ ਤੁਹਾਡਾ ਕੁਐਸਚਨ ਹੈਗਾ ਮਿਊਚੁਅਲ ਫੰਡ ਬਾय ਕਰਨ ਵਾਸਤੇ ਕੀ ਸਰਚ ਕਰਨਾ ਚਾਹੀਦਾ ਹੈ? ਐਜ਼ ਜੋ ਰਿਟਰਨ ਦੱਸਦੇ ਨੇ ਉਹ ਪਾਸਟ 10 ਇਅਰ ਦੇ ਹਿਸਾਬ ਦੇ, ਬਟ ਸਾਡੇ ਵਾਸਤੇ ਕਿਹੜੀ ਕੰਪਨੀ ਬੈਸਟ ਹੈਗੀ ਹੈ? ਦੇਖੋ ਮੈਂ ਤੁਹਾਨੂੰ ਦੱਸਾਂਗਾ, ਅਗਰ ਤੁਸੀਂ ਬਿਗਨਰ ਹੈਗੇ ਹੋ, ਮਤਲਬ ਤੁਹਾਨੂੰ ਮਿਊਚੁਅਲ ਫੰਡ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ, ਤਦ ਤੇ ਮਿਊਚੁਅਲ ਫੰਡ ਡਿਸਟ੍ਰੀਬਿਊਟਰ ਦੀ ਹੈਲਪ ਲੈ ਲਓ। ਮੇਰਾ ਇੱਕ ਵੈਸੇ ਮੇਰਾ ਜਿਹੜਾ ਕੰਮ ਹੈਗਾ ਨਾ, ਅਪਾਰਟ ਫਰਮ ਕੰਟੈਂਟ ਕ੍ਰੀਏਸ਼ਨ, ਜਿਹੜਾ ਮੈਂ ਤੁਹਾਡੇ ਨਾਲ ਜਿਵੇਂ ਸੈਸ਼ਨ ਕਰ ਰਿਹਾ, ਇਹ ਮੇਰਾ ਇੱਕ ਪੈਸ਼ਨ ਹੈਗਾ। ਅਪਾਰਟ ਫਰਮ ਦਿਸ ਮੇਰਾ ਪੂਰਾ ਦਿੱਲੀ ਵਿੱਚ ਆਫਿਸ ਹੈਗਾ, ਜਿੱਥੇ ਕਿਸੇ ਨੇ ਮੇਰੇ ਤੋਂ ਪੁੱਛਿਆ ਸੀ ਕਿ ਆਫਲਾਈਨ ਕਲਾਸਿਸ ਦਿੰਦੇ ਹੋ? ਹਲੇ ਅਸੀਂ ਆਫਲਾਈਨ ਤੇ ਨਹੀਂ ਦਿੰਦੇ, ਬਟ ਅਸੀਂ ਸ਼ੁਰੂ ਕਰਾਂਗੇ। ਬਟ ਮੇਰਾ ਆਫਿਸ ਜਿਹੜਾ ਹੈ ਉਹ ਦਿੱਲੀ ਵਿੱਚ ਹੈਗਾ, ਠੀਕ ਹੈ। ਤੇ ਮੇਰਾ ਜਿਹੜਾ ਮੇਨ ਕੰਮ ਹੈਗਾ ਉਹ ਹੈਗਾ ਸ਼ੇਅਰ ਮਾਰਕੀਟ ਦਾ। ਸ਼ੇਅਰ ਮਾਰਕੀਟ ਦਾ ਮੈਂ ਕੰਮ ਕਰਦਾ, ਮਿਊਚੁਅਲ ਫੰਡ ਦਾ ਮੈਂ ਕੰਮ ਕਰਦਾ, ਯਾਨੀ ਮੈਂ ਮਿਊਚੁਅਲ ਫੰਡ ਸੈਲ ਵੀ ਕਰਦਾ, ਉਸ ਤੋਂ ਨਾਲ ਮੇਰਾ ਇੰਸ਼ੋਰੈਂਸ ਦਾ ਵੀ ਕੰਮ ਹੈਗਾ। ਤੇ ਮੇਰਾ ਇੱਕ ਕਹਿਣਾ ਹੈਗਾ, ਅਗਰ ਤੁਹਾਨੂੰ ਮਿਊਚੁਅਲ ਫੰਡ ਸਮਝ ਆਉਂਦੇ ਨੇ ਤੇ ਤੁਸੀਂ ਖੁਦ ਬਾਈ ਕਰੋ, ਨਹੀਂ ਆਉਂਦੇ ਤੁਸੀਂ ਐਡਵਾਈਜ਼ਰ ਦੀ ਹੈਲਪ ਲੈ ਲਓ ਜਾਂ ਡਿਸਟ੍ਰੀਬਿਊਟਰ ਦੀ ਹੈਲਪ ਲੈ ਲਓ। ਪਰ ਮਿਊਚੁਅਲ ਫੰਡ ਬਾਈ ਕਰਨ ਤੋਂ ਪਹਿਲਾਂ ਕੀ ਚੈੱਕ ਕਰਨਾ ਚਾਹੀਦਾ ਹੈ? ਤੁਹਾਨੂੰ ਸਭ ਤੋਂ ਪਹਿਲਾਂ ਤੇ ਆਪਣਾ ਰਿਸਕ ਐਪੀਟਾਈਟ ਪਤਾ ਹੋਣਾ ਚਾਹੀਦਾ ਕਿ ਤੁਸੀਂ ਕਿੰਨਾ ਰਿਸਕ ਲੈ ਰਹੇ ਹੋ। ਦੂਜਾ, ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਤੁਸੀਂ ਕਿੰਨੇ ਟਾਈਮ ਵਾਸਤੇ ਮਿਊਚੁਅਲ ਫੰਡ ਵਿੱਚ ਇਨਵੈਸਟ ਕਰਿਓ, ਕਿਉਂਕਿ ਟਾਈਮ ਹੀ ਤੁਹਾਨੂੰ ਦੱਸੇਗਾ ਕਿਹੜੀ ਕੈਟੇਗਰੀ ਤੁਹਾਡੇ ਲਈ ਸੁਟੇਬਲ ਹੈਗੀ ਹੈ। ਉਸ ਤੋਂ ਬਾਅਦ ਤੁਹਾਡਾ ਗੋਲ ਕੀ ਹੈ, ਗੋਲ ਦੇ ਅਕੋਰਡਿੰਗ ਸਾਰੇ ਮਿਊਚੁਅਲ ਫੰਡ ਬਣਦੇ ਨੇ। ਯਾਨੀ ਲਾਰਜ ਕੈਪ ਬਣਿਆ ਇੱਕ ਅਲੱਗ ਗੋਲ ਦੇ ਲਈ, ਸਮਾਲ ਕੈਪ ਬਣਿਆ ਇੱਕ ਅਲੱਗ ਆਬਜੈਕਟਿਵ ਦੇ ਲਈ, ਤੇ ਇਹ ਸਾਰੀ ਚੀਜ਼ਾਂ ਤੁਹਾਨੂੰ ਦੇਖਣੀ ਪਏਗੀ, ਫਿਰ ਤੁਸੀਂ ਇੱਕ ਵਧੀਆ ਮਿਊਚੁਅਲ ਫੰਡ ਸਿਲੈਕਟ ਕਰ ਸਕਦੇ ਹੋ। ਬਟ ਅਗਰ ਤੁਹਾਨੂੰ ਕੁਝ ਵੀ ਨਾ ਆਏ ਨਾ ਸਿਲੈਕਟ ਕਰਨਾ, ਸਿੰਪਲ ਇੱਕ ਇੰਡੈਕਸ ਫੰਡ ਲੈ ਲੈਣਾ, ਉਹਦੇ ਵਿੱਚ ਤੁਹਾਡੀ ਸਿਰਦਰਦੀ ਖਤਮ ਹੋ ਜਾਏਗੀ। ਇੰਡੈਕਸ ਫੰਡ ਮਤਲਬ ਯਾਨੀ ਨਿਫਟੀ 50 ਦਾ ਫੰਡ ਜਾਂ ਸੈਂਸੈਕਸ 30 ਦਾ ਫੰਡ, ਤੁਹਾਡਾ ਪੈਸਾ 50 ਵੱਡੀ ਕੰਪਨੀਆਂ ਵਿੱਚ ਲੱਗੇਗਾ ਤੇ ਇੰਨੀ ਟੈਨਸ਼ਨ ਨਹੀਂ ਹੈ। ਲੰਬੇ ਸਮੇਂ 'ਚ 10 15 20% ਤੁਹਾਨੂੰ 10 15% ਦਾ ਰਿਟਰਨ ਆਰਾਮ ਨਾਲ ਦੇ ਦੇਵੇਗੀ। आई होप दलवीर सिंह जी ਤੁਹਾਡੀ ਕੁਐਰੀ ਸੋਲਵ ਹੋ ਗਈ ਹੋਵੇਗੀ। ਵਿਕਰਮਜੀਤ ਸਿੰਘ ਜੀ ਬਿਲਕੁਲ ਜੀ, ਇਹ ਸੈਸ਼ਨ ਵੀ ਅਸੀਂ ਜਲਦੀ ਸਟਾਰਟ ਕਰਾਂਗੇ। ਇੰਟਰਾਡੇ ਚ ਟਾਈਮ ਫਰੇਮ ਕੀ ਰੱਖਣਾ ਹੈ? ਅਗਰ ਤੁਸੀਂ ਜੌਨੀ ਜੀ ਇੰਟਰਾਡੇ ਕਰਦੇ ਪਏ ਹੋ ਤੇ ਇੰਟਰਾਡੇ ਵਿੱਚ ਟਾਈਮ ਫਰੇਮ ਹੋਣਾ ਚਾਹੀਦਾ 15 ਮਿੰਟ ਜਾਂ ਮੈਕਸਿਮਮ ਤੁਹਾਡਾ ਹਾਫ ਐਨ ਆਵਰ ਘੱਟ ਹੀ ਕਰੋ। 15 ਮਿੰਟ, 5 ਮਿੰਟ ਤੇ 3 ਮਿੰਟ। 15 ਮਿੰਟ ਦੇ ਜਾਂ 5 ਮਿੰਟ ਦੇ ਤੁਸੀਂ ਚਾਰਟ ਦੇਖੋ, ਬ੍ਰੇਕਆਊਟਸ ਦੇਖੋ, ਉਸ ਤੋਂ ਬਾਅਦ ਤੁਸੀਂ ਇੰਟਰਾਡੇ ਵਿੱਚ ਕਰੋ, ठीक है। और किसी से कोई डाउट्स? विच ऐप फॉर बेस्ट इंट्राडे? इंट्राडे अगर ਤੁਸੀਂ ਕਰਨਾ ਹੈ ਤੁਸੀਂ ਅਪਸਟॉक्स, ਜ਼ੀਰੋਦਾ, एंजल वन, पेटीएम मनी ਜਾਂ ਧਨ ਵੀ ਬਹੁਤ ਵਧੀਆ, ਕਾਫੀ ਘੱਟ ਉਹਦਾ ਅਮਾਉਂਟ ਹੈਗਾ, ਇਹਦੇ ਵਿੱਚੋਂ ਕੋਈ ਵੀ ਤੁਸੀਂ ਕਰ ਸਕਦੇ ਹੋ, ਠੀਕ ਹੈ। मतलब पेटीएम मनी भी ठीक है, धन ਦੇ ਨਾਲ ਕਰ ਲੋਗੇ ਤਾਂ ਉਹ ਵੀ ਸਸਤਾ ਹੈਗਾ। ਤੇ ਜ਼ੀਰੋਦਾ, ਅਪਸਟॉक ਤੇ एंजल वन बेस्ट ਹੈਗੇ ਨੇ। और किसी ਦੇ ਕੋਈ डाउट्स? मनदीप जी मैं बिल्कुल भी स्टॉक टिप्स नहीं देता, मतलब कोई भी टिप्स वगैरह नहीं देता, मैं सिर्फ एजुकेट करदा ਜਿਹਦੇ ਨਾਲ ਤੁਹਾਨੂੰ ਮੈਂ ਸਿਖਾ ਸਕਾਂ। ਉਸ ਤੋਂ ਬਾਅਦ ਤੁਸੀਂ ਆਪਣੇ ਆਪ ਹੀ ਸ਼ੇਅਰਸ ਵਗੈरह ਲੈ ਲਓ, ਤੁਹਾਨੂੰ ਕਿਸੇ ਦੇ ਟਿਪਸ ਦੀ ਜ਼ਰੂਰਤ ਨਾ ਪਵੇ। बॉन्ड मार्केट बिल्कुल जी, रिकॉर्डिंग ਆਪਾਂ ਸ਼ੇਅਰ ਕਰਾਂਗੇ। ਰਿਕਾਰਡਿੰਗ ਆਈ ਥਿੰਕ ਹੋ ਰਹੀ ਹੈ, ਦੇਖੋ ਹੁੰਦੀ ਪਈ ਹੈ ਰਿਕਾਰਡਿੰਗ, ਤੇ ਮੈਂ ਤੁਹਾਨੂੰ ਰਿਕਾਰਡਿੰਗ ਸ਼ੇਅਰ ਕਰ ਦਾਂਗਾ, ਤੁਸੀਂ ਦੇਖ ਲੈਣਾ।
बाकी दलवीर सिंह जी का क्वेश्चन हैगा कि बॉन्ड मार्केट दलवीर सिंह जी काफी बड़ा सैशन हैगा, अगर चाहो तो मैं एक सैशन कर दांगा, बट ਤੁਸੀਂ ਇਹ ਸਮਝੋ ਡੈਟ ਮਾਰਕੀਟ ਇੱਕ ਬਹੁਤ ਵੱਡੀ ਮਾਰਕੀਟ ਹੈ। ਇਕੁਇਟੀ ਮਾਰਕੀਟ ਸ਼ੇਅਰ ਮਾਰਕੀਟ ਤੋਂ ਵੀ ਵੱਡੀ ਸਾਡੀ ਡੈਟ ਮਾਰਕੀਟ ਹੈ। ਡੈਟ ਮਾਰਕੀਟ ਵਿੱਚ ਜਿਹੜੇ ਸਾਡੇ ਮਿਊਚੁਅਲ ਫੰਡਸ ਹੁੰਦੇ ਨੇ ਉਸ ਪੈਸਾ ਸਾਡੇ ਕੋਲੋਂ ਲੈਂਦੇ ਨੇ, ਅੱਗੇ ਵੱਡੀ ਵੱਡੀ ਕੰਪਨੀਆਂ ਨੂੰ ਲੋਨ ਦਿੰਦੇ ਨੇ ਡੈਟ ਮਾਰਕੀਟ ਵਿੱਚ, ਡੈਟ ਫੰਡ ਜਿਹਨੂੰ ਅਸੀਂ ਕਹਿੰਦੇ ਆ, ਬਹੁਤ ਵੱਡੀ ਮਾਰਕੀਟ ਹੈਗੀ ਹੈ। ਇੱਕ ਦਿਨ ਪੂਰਾ ਸੈਸ਼ਨ ਕਰਾਂਗਾ ਇਹਦੇ ਉੱਤੇ ਵੀ, ਐਲੈਬੋਰੇਟ ਕਰਾਂਗਾ ਵਧੀਆ ਜਾ। ਵੈਸੇ ਮੋਟਾ ਮੋਟਾ ਤੁਹਾਨੂੰ ਦੱਸਾਂ ਤੇ ਮਿਊਚੁਅਲ ਫੰਡ ਆਉਂਦੇ ਨੇ, ਡੈਟ ਫੰਡ ਆਉਂਦੇ ਨੇ, ਆਪਾਂ ਜਿਹੜਾ ਪੈਸਾ ਡੈਟ ਫੰਡ ਵਿੱਚ ਦਿੰਦੇ ਆ ਉਹ ਮਿਊਚੁਅਲ ਫੰਡ ਕੰਪਨੀਆਂ ਅੱਗੇ ਵੱਡੀ ਵੱਡੀ ਕੰਪਨੀਆਂ ਨੂੰ ਜਾਂ ਗਵਰਨਮੈਂਟ ਨੂੰ ਲੋਨ ਦਿੰਦੀ ਹੈ, ਗਵਰਨਮੈਂਟ ਸਿਕਿਉਰਿਟੀਜ਼ ਵਿੱਚ ਇਨਵੈਸਟ ਕਰਦੀ ਹੈ, ਗਵਰਨਮੈਂਟ ਫੰਡ ਵਿੱਚ ਇਨਵੈਸਟ ਕਰਦੀ ਹੈ ਤੇ ਅਲੱਗ-ਅਲੱਗ ਜਗ੍ਹਾ ਇਨਵੈਸਟ ਕਰਦੀ ਹੈ ਤੇ ਉਸ ਤੋਂ ਬਾਅਦ ਜਿਹੜਾ ਰਿਟਰਨ ਆਉਂਦਾ ਹੈ ਉਹ ਸਾਨੂੰ ਪਾਸ ਆਊਟ ਕਰ ਦਿੰਦੀ ਹੈ। ਡੈਟ ਫੰਡ ਥੋੜਾ ਜਿਹਾ ਸਾਡਾ ਉਹ ਮੰਨਿਆ ਜਾਂਦਾ ਹੈ ਕਿ ਇਹਦੇ ਵਿੱਚ ਰਿਸਕ ਜ਼ਿਆਦਾ ਨਹੀਂ ਹੈਗਾ, ਠੀਕ ਹੈ। बट हुण जेड़ा डेट फंड है, पिछे ही थोड़े दिन पहला ही डेट फंड च एक नया चेंज होया है, वो चेंज मैं आई थिंक मैं रील एक पाई है, तुसी चेकआउट करो अपना फाइनेंशियल अड्डा पंजाबी ते। डन विक्की कुमार जी, आपां चार्ट दे उत्ते भी एक सेशन जरूर करांगे। और किसी दे कोई डाउट्स? ਤੁਹਾਡਾ क्वेश्चन ਹੈਗਾ म्यूचुअल फंड ਲਏ ਫਿਨਨਿਟੀ ਐਪ ਵਿੱਚ। देखो मैनू इस ऐप के बारे ते नहीं पता, ऐप वधिया होनी चाहिए, नहीं तो कल नू कोई दिक्कत होए तो तुहाडे लिए दिक्कत आ सकती है। वैसे अगर कल नू ऐप दे नाल कुछ भी होंदा है, तुहाडे पैसे सेफ हैगे ने क्योंकि तुहाडा अमाउंट म्यूचुअल फंड कंपनी ते जा रहा है। ऐप ते एक माध्यम हैगी है इन्वेस्ट करने लई, तुहाडा अमाउंट म्यूचुअल फंड कंपनी ते जा रहा है ते तुहाडे कोल उस म्यूचुअल फंड च ते जिस स्कीम विच तुहाडा पैसा लग्या है उहदे सारे प्रूफ जरूर होने चाहिए ने। तुहाडे कोल उस स्कीम दा नाम, उहदी स्टेटमेंट, फोलियो नंबर, सारी चीज़ां होनी चाहिए है। विक्रमजीत सिंह जी, ਤੁਹਾਡਾ ਕੁਐਰੀ ਮੈਂ ਸਮਝ ਨਹੀਂ ਪਾ ਰਿਹਾ, ਤੁਸੀਂ ਇੱਕ ਵਾਰ ਮੈਨੂੰ WhatsApp ਕਰਨਾ, ਤੁਸੀਂ ਮੈਨੂੰ WhatsApp ਕਰਨਾ, ਮੈਂ ਆਰਾਮ ਨਾਲ ਤੁਹਾਡੀ ਕੁਐਰੀ ਸਮਝਾਂਗਾ। ਮੈਨੂੰ ਸਮਝ ਨਹੀਂ ਆਈ, ਥੋੜਾ ਜਿਹਾ ਮੈਨੂੰ ਪੂਰਾ ਵੌਇਸ ਮੈਸੇਜ ਬਣਾ ਕੇ ਤੁਸੀਂ ਭੇਜਣਾ। ਔਰ ਕਿਸੇ ਦੇ ਕੋਈ ਡਾਊਟਸ? ਤੇ ਸਾਰਿਆਂ ਨੂੰ ਇੱਕ ਰਿਕੁਐਸਟ ਹੈਗੀ ਹੈ ਯਾਰ, ਤੁਹਾਡਾ ਸਾਰਿਆਂ ਦਾ ਮੈਨੂੰ ਸਪੋਰਟ ਚਾਹੀਦਾ ਹੈ। ਜਿੰਨੇ ਵੀ ਪਾਰਟਿਸਪੈਂਟ ਤੁਸੀਂ ਜੁਆਇਨ ਹੋ, ਤੁਸੀਂ ਸਾਰੇ ਫਾਈਨੈਂਸ਼ੀਅਲ ਅड्डा ਪੰਜਾਬੀ ਨੂੰ ਥੋੜਾ ਜਿਹਾ ਸਪੋਰਟ ਕਰੋ। ਸਾਡੀ ਵੀਡੀਓ ਬਹੁਤ ਹੀ ਘੱਟ ਲੋਕਾਂ ਨੂੰ ਇੰਸਟਾਗ੍ਰਾਮ ਦਿਖਾ ਰਿਹਾ ਹੈ। ਅਗਰ ਤੁਸੀਂ ਸਾਡੀ ਵੀਡੀਓ ਆਪਣੇ ਸਾਰੇ ਦੋਸਤਾਂ ਨਾਲ, ਪੰਜਾਬ ਦੇ ਸਾਰੇ ਦੋਸਤਾਂ ਨਾਲ ਸ਼ੇਅਰ ਕਰੋਗੇ ਤੇ ਅਸੀਂ ਵਾਇਰਲ ਹੋਵਾਂਗੇ, ਜਿਹਦੇ ਨਾਲ ਅਸੀਂ ਤੁਹਾਡੇ ਲਈ ਫਿਰ ਹੋਰ ਵਧੀਆ ਵਧੀਆ ਸੈਸ਼ਨ ਲੈ ਕੇ ਆਵਾਂਗੇ, ठीक है। ਤੇ ਤੁਹਾਨੂੰ ਸਾਰਿਆਂ ਨੂੰ ਮੈਂ ਰਿਕੁਐਸਟ ਕਰਦਾ, ਤੁਸੀਂ ਸਾਡੀ ਵੀਡੀਓ ਜਿਹੜੀ ਹੈ ਉਹ ਸਾਰਿਆਂ ਦੇ ਨਾਲ ਸ਼ੇਅਰ ਕਰੋ ਤੇ ਤੁਹਾਡੇ ਲਈ ਅਸੀਂ ਬਹੁਤ ਵਧੀਆ ਵਧੀਆ ਸੈਸ਼ਨ ਲੈ ਕੇ ਆਵਾਂਗੇ। ਇੱਕ ਸਾਡੀ ਵਰਕਸ਼ਾਪ ਬਹੁਤ ਜਲਦ ਆ ਰਹੀ ਹੈ, ਇਹਦੀ ਇਨਫੋਰਮੇਸ਼ਨ ਮੈਂ ਤੁਹਾਨੂੰ WhatsApp ਗਰੁੱਪ ਵਿੱਚ ਦੇ ਦਾਂਗਾ। ਹੁਣ ਜਿਨ੍ਹਾਂ ਦੇ ਵੀ ਡਾਊਟਸ ਰਹਿ ਗਏ ਨੇ ਮੈਂ WhatsApp ਵਿੱਚ ਸੋਲਵ ਕਰਾਂਗਾ ਤੇ ਤੁਹਾਡੇ ਜੋ ਵੀ ਡਾਊਟਸ ਨੇ ਮਿਊਚੁਅਲ ਫੰਡ ਵਗੈਰਾ ਜਾਂ ਜਿਹਦੇ ਵੀ पर्सनल ਤੁਹਾਨੂੰ डिस्कस ਕਰਾਂਗਾ, ਕਿਉਂਕਿ ਇਹ ਸੈਸ਼ਨ ਦੇ ਰਿਲੇਟਡ ਹੀ ਮੈਂ ਡਾਊਟਸ ਐਕਸਪੈਕਟ ਕਰਦਾ ਪਿਆ। ਅਗਰ ਤੁਹਾਡੇ ਮੈਂ ਲਾਸਟ ਪੁੱਛ ਰਿਹਾ, ਅਗਰ ਤੁਹਾਡੇ ਇਸ ਸੈਸ਼ਨ ਤੋਂ ਰਿਲੇਟਡ यानी जो मैं पढ़ाया है उस तो रिलेटेड कोई डाउट्स ने तो तुसी एक बार पूछो, अदरवाइज मैं आगे ਤੁਹਾਡੇ बाकी डाउट्स ਜਿਹੜੇ ਨੇ WhatsApp ਵਿੱਚ ਕਰਨਾ। लखविंदर सिंह जी, ऑनलाइन क्लास बहुत जल्द स्टार्ट हो रही है, मान के चलो 15-20 ਦਿਨਾਂ ਦੇ ਅੰਦਰ ਸਟਾਰਟ ਹੋ ਜਾਵੇਗੀ। 2 ਦਿਨ ਦੀ ਕਲਾਸ ਇੱਕ ਮੈਂ ਲੈ ਕੇ ਆ ਰਿਹਾ, ਇੱਕ ਵਰਕਸ਼ਾਪ ਅਸੀਂ ਪਲਾਨ ਕਰ ਰਹੇ ਹਾਂ। 2 ਦਿਨ ਦੀ ਵਰਕਸ਼ਾਪ ਹੈਗੀ ਹੈ, ਉਹਦੇ ਬਾਰੇ ਮੈਂ ਤੁਹਾਨੂੰ ਅਪਡੇਟ ਕਰ ਦਾਂਗਾ ਜਿਵੇਂ ਸਾਡਾ ਪਲਾਨ ਸਟਾਰਟ ਹੋਵੇਗਾ, ਠੀਕ ਹੈ। चलो, थैंक यू सो मच एवरीवन। सत श्री अकाल एक बार ਤੁਹਾਨੂੰ ਸਾਰਿਆਂ ਨੂੰ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ, ਤੁਸੀਂ ਟਾਈਮ ਨਿਕਾਲ ਕੇ ਅੱਜ ਦਾ ਲਾਈਵ ਸੈਸ਼ਨ ਜੁਆਇਨ ਕੀਤਾ। ਇੱਕ ਵਾਰ ਜਾਂਦੇ ਜਾਂਦੇ ਮੈਨੂੰ ਦੱਸ ਦਿਓ ਤੁਹਾਨੂੰ ਸਾਰਿਆਂ ਨੂੰ ਕਿੱਦਾਂ ਦਾ ਲੱਗਿਆ ਅੱਜ ਦਾ ਲਾਈਵ ਸੈਸ਼ਨ, ਕੀ ਕੁਝ ਨਵਾਂ ਸਿੱਖਿਆ ਅੱਜ, ਕੀ ਕੁਝ ਨਵਾਂ ਸਿੱਖਿਆ ਇੱਕ ਵਾਰ ਮੈਨੂੰ ਦੱਸ ਦਿਓ। ਇੱਕ ਵਾਰ ਥੋੜਾ ਜਿਹਾ ਦੱਸੋ ਕਿ ਅੱਜ ਕੁਝ ਨਵਾਂ ਸਿੱਖਿਆ ਤੁਸੀਂ। थैंक यू थैंक यू थैंक यू। क्योंकि ਇਹਦੇ ਨਾਲ ਪਤਾ ਤੇ ਚੱਲਦਾ ਹੈ ਨਾ ਕਿ ਆਪਾਂ ਜੋ ਪੜ੍ਹਾ ਰਹੇ ਹਾਂ ਉਹ ਤੁਹਾਨੂੰ ਸਮਝ ਵੀ ਆ ਰਿਹਾ ਜਾਂ ਨਹੀਂ ਆ ਰਿਹਾ। ਸਿਰਫ ਦੋ ਹੀ ਬੰਦਿਆਂ ਨੂੰ ਅੱਛਾ ਲੱਗਿਆ, ਬਾਕੀ ਤੇ ਦੱਸੋ ਬਾਕੀ ਸਾਰਿਆਂ ਨੂੰ ਕਿੱਦਾਂ ਦਾ ਲੱਗਿਆ ਅੱਜ ਦਾ ਸੈਸ਼ਨ। थैंक यू एवरीवन।
थैंक यू एवरीवन। रिकॉर्डिंग का जेड़ा लिंक हैगा वो मैं तुहानू शेयर कर दांगा। रिकॉर्डिंग का लिंक जेड़ा हैगा वो मैं तुहानू शेयर कर दांगा। चलो बहुत वधिया लग्या यार, ਤੁਸੀਂ ਸਾਰਿਆਂ ਨੇ ज्वाइन किया, थैंक यू सो मच। ਜਾਂਦੇ ਜਾਂਦੇ मैं ਤੁਹਾਡਾ ਸਭ ਦਾ ਫਿਰ ਤੋਂ ਧੰਨਵਾਦ ਕਰ ਰਿਹਾ, ਤੁਸੀਂ ਸਾਰਿਆਂ ਨੇ ਟਾਈਮ ਨਿਕਾਲ ਕੇ ਅੱਜ ਦਾ ਸਾਡਾ ਲਾਈਵ ਸੈਸ਼ਨ ਜੁਆਇਨ ਕੀਤਾ, ਮਾਸਟਰ ਕਲਾਸ ਜੁਆਇਨ ਕੀਤੀ। ਤੇ ਮੈਂ ਤੁਹਾਡੇ ਲਈ ਹੋਰ ਵੀ ਵਧੀਆ ਵਧੀਆ ਸੈਸ਼ਨ ਲੈ ਕੇ ਆਵਾਂਗਾ ਤੇ ਰਿਕਾਰਡਿੰਗ ਦਾ ਲਿੰਕ ਤੁਹਾਨੂੰ ਗਰੁੱਪ ਵਿੱਚ ਮੈਂ ਸ਼ੇਅਰ ਕਰ ਦਾਂਗਾ। ਤੇ ਸਭ ਨੂੰ ਇੱਕ ਵਾਰ ਫਿਰ ਤੋਂ ਰਿਕੁਐਸਟ ਹੈਗੀ ਹੈ, ਸਾਡੇ ਫਾਈਨੈਂਸ਼ੀਅਲ ਅੱਡਾ ਪੰਜਾਬੀ ਦੀ ਰੀਲਸ ਨੂੰ ਤੁਸੀਂ ਅੱਗੇ ਫਾਰਵਰਡ ਕਰੋ, ਲੋਕਾਂ ਨੂੰ ਸ਼ੇਅਰ ਕਰੋ, ਜਿਹਦੇ ਨਾਲ ਪੰਜਾਬ ਦੇ ਹਰ ਇੱਕ ਯੂਥ ਨੂੰ ਫਾਈਨੈਂਸ਼ੀਅਲੀ ਅਵੇਅਰ ਅਸੀਂ ਕਰ ਸਕੀਏ। थैंक यू सो मच ਤੁਹਾਡੇ ਸਭ ਦਾ ਜੁਆਇਨ ਕਰਨ ਲਈ। ਸਤਿ ਸ਼੍ਰੀ ਅਕਾਲ, ਨਮਸਕਾਰ ਸਾਰਿਆਂ ਨੂੰ, ਥੈਂਕ ਯੂ ਸੋ ਮਚ। डेफिनेटली लखविंदर जी, सबनों मैं शेयर कर दांगा। डन, ठीक है। थैंक यू सो मच, थैंक यू एवरीवन, थैंक यू फॉर ज्वाइनिंग।